ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਅਤੇ ਅਸੀਂ ਹਾਜ਼ਰ ਹਾਂ ਦਾ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਲੈ ਕੇ ਸੋਮਵਾਰ ਤੋਂ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਦੇ ਹਾਂ। ਔਰ ਇਸ ਪ੍ਰੋਗਰਾਮ ਦਾ ਜੋ ਸਮਾਂ ਹੁੰਦਾ ਉਹ 7 ਤੋਂ 8 ਹੋਇਆ ਕਰਦਾ ਹੈ। ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਆਪਣੇ ਟੀਵੀ ਸੈੱਟ ਉੱਪਰ ਦੇਖ ਰਹੇ ਹੋ, ਨਾਲ ਦੀ ਨਾਲ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਤੁਸੀਂ ਫੇਸਬੁੱਕ ਦੇ ਉੱਪਰ ਵੀ ਦੇਖ ਸਕਦੇ ਹੋ। ਔਰ ਸਾਡੀ ਜਿੱਥੇ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕੁਝ ਨਵੇਂ ਮਹਿਮਾਨ, ਕੁਝ ਅਜਿਹੀਆਂ ਸ਼ਖਸੀਅਤਾਂ ਤੁਹਾਡੇ ਰੂਬਰੂ ਕਰੀਏ, ਨਾਲ ਦੀ ਨਾਲ ਕੋਸ਼ਿਸ਼ ਇਹ ਵੀ ਅਸੀਂ ਕਰੀਦੀ ਹੈ ਕਿ ਵਿਸ਼ੇ ਵੀ ਨਵੇਂ ਨਕੋਰ ਹੋਣ ਔਰ ਤਾਜ਼ਾ ਤਰੀਨ ਤੁਹਾਡੇ ਤੱਕ ਕੁਝ ਵਿਲੱਖਣ, ਕੁਝ ਵੱਖਰਾ ਪੇਸ਼ ਕਰਨ ਦੀ ਜਿਹੜੀ ਆ ਉਹ ਹਮੇਸ਼ਾ ਚੇਸ਼ਟਾ ਕਰਦੇ ਰਵਾਂਗੇ। ਔਰ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਦਿਨੀ ਅਸੀਂ ਕੁਝ ਸਟੂਡੈਂਟਸ ਨੂੰ, ਇੰਟਰਨੈਸ਼ਨਲ ਸਟੂਡੈਂਟਸ ਨੂੰ ਤੁਹਾਡੇ ਰੂਬਰੂ ਕੀਤਾ ਸੀ, ਜਿਨ੍ਹਾਂ ਨੇ ਪ੍ਰਿੰਸ ਸੀ, ਉਹਨਾਂ ਨਾਲ ਸੁਬਰੀਤ ਸੀ, ਫਿਰ ਰਜੀਸ਼ ਸੀ, ਜਿਨ੍ਹਾਂ ਨੇ ਗਿਟਾਰ ਦੇ ਉੱਪਰ ਆਪਣੀਆਂ ਜਿਹੜੀਆਂ ਪੇਸ਼ਕਾਰੀਆਂ ਪੜੇ ਨਜ਼ਰ ਕੀਤੀਆਂ। ਬਹੁਤ ਤੁਸੀਂ ਸਲਾਹਿਆ ਔਰ ਇਸੇ ਲੜੀ ਦੇ ਵਿੱਚ ਅੱਜ ਫਿਰ ਕੁਝ ਇਸ ਤਰ੍ਹਾਂ ਦੇ ਚਿਹਰੇ ਤੁਹਾਡੇ ਰੂਬਰੂ ਕਰ ਰਹੇ ਆ ਜੋ ਕਿ ਇੰਟਰਨੈਸ਼ਨਲ ਸਟੂਡੈਂਟਸ ਤਾਂ ਹੈ, ਨਾਲ ਦੀ ਨਾਲ ਉਹ ਆਪਣੇ ਸੁਪਨੇ, ਵੱਡੇ ਵੱਡੇ ਸੁਪਨੇ ਲੈ ਕੇ ਇੱਥੇ ਆਏ ਆ ਔਰ ਕੋਸ਼ਿਸ਼ ਇਹ ਕਰ ਰਹੇ ਆ ਕਿ ਕੁਝ ਪੋਜ਼ਿਟਿਵ ਕੀਤਾ ਜਾਵੇ, ਕੁਝ ਚੰਗਾ ਕੀਤਾ ਜਾਵੇ। ਔਰ ਇਹ ਨਹੀਂ ਹੈ ਕਿ ਵੀ ਮੈਂ ਹੁਣ ਕਿਸੇ ਦਾ ਨਾਮ ਨਹੀਂ ਲਵਾਂਗਾ, ਬਹੁਤ ਸਾਰੇ ਇਸ ਤਰ੍ਹਾਂ ਦੇ ਕਲਾਕਾਰ ਹੈ ਕਿ ਜਿਹੜੇ ਕਿ ਰਾਤੇ ਰਾਤ ਸ਼ੌਂਕ ਦਾ ਰੱਖਦੇ ਆ ਕਿ ਵੀ ਅਸੀਂ ਰਾਤੇ ਰਾਤ ਸਟਾਰ ਬਣ ਜਾਈਏ। ਫਿਰ ਜਦੋਂ ਰਾਤੇ ਰਾਤ ਸਟਾਰ ਬਣਨ ਦੀ ਇੱਕ ਇੱਛਾ ਹੁੰਦੀ ਹੈ ਤਾਂ ਉਹ ਇੱਛਾ ਕਈ ਵਾਰੀ ਉਹ ਨੈਗੇਟਿਵ ਗਵਾਉਣਾ, ਨੈਗੇਟਿਵ ਲਿਖਵਾਉਣਾ ਵੀ ਸ਼ੁਰੂ ਕਰਵਾ ਦਿੰਦੀ ਹੈ। ਪਰ ਅੱਜ ਜੋ ਅਸੀਂ ਮਹਿਮਾਨ ਤੁਹਾਡੇ ਨਜ਼ਰ ਕਰ ਰਹੇ ਹਾਂ, ਬਹੁਤ ਸਾਫ਼ ਸੁਥਰਾ ਔਰ ਸੁੱਚਮ ਭਰੀ ਜਿਹੜੀ ਗਾਇਕੀ ਹੈ, ਜਿਹਨੂੰ ਆਪਾਂ ਸੂਫੀ ਕਲਾਮ ਕਹਿੰਦੇ ਆ, ਉਹ ਲਿਖਦੇ ਤੇ ਗਾਉਂਦੇ ਆ। ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਅੱਜ, ਔਰ ਮੈਂ ਮਾਣ ਪ੍ਰਾਪਤ ਕਰ ਰਿਹਾ ਤੁਹਾਨੂੰ ਤੁਹਾਡੇ ਸਾਹਮਣੇ ਇਹਨਾਂ ਭਰਾਵਾਂ ਨੂੰ ਪੇਸ਼ ਕਰਕੇ। ਸੋ ਆਓ ਇਹਨਾਂ ਨਾਲ ਥੋੜੀ ਜਿਹੀ ਇੰਟਰੋਡਕਸ਼ਨ ਕਰਦੇ ਹਾਂ, ਫਿਰ ਉਸ ਤੋਂ ਬਾਅਦ ਇਹਨਾਂ ਤੋਂ ਸੁਣਦੇ ਹਾਂ ਔਰ ਜਿਹੜੀ ਇਹਨਾਂ ਦੀ ਲਿਖਤ ਆ, ਉਹਨਾਂ ਦੀਆਂ ਰਚਨਾਵਾਂ, ਉਹਨਾਂ ਉੱਪਰ ਵੀ ਚਰਚਾ ਕਰਦੇ ਹਾਂ ਵੀ ਕਿਸ ਤਰ੍ਹਾਂ ਇਹਨਾਂ ਦੇ ਜ਼ਿਹਨ ਦੇ ਵਿੱਚ ਜਿਹੜੀ ਹੈ ਸ਼ਬਦਾਵਲੀ ਹੈ, ਕਿਸ ਤਰ੍ਹਾਂ ਇਹਨਾਂ ਦੇ ਜ਼ਿਹਨ ਦੇ ਵਿੱਚ ਕਲਾਮ ਉਤਰਦੇ ਆ। ਸੋ ਪਹਿਲੇ ਨੰਬਰ ਤੇ ਸਾਡੇ ਨਾਲ ਜਿਹੜੇ ਹਾਰਮੋਨੀਅਮ ਤੇ ਬੈਠੇ ਨੇ, ਸੋ ਸ਼ੈਰੀ ਜੀ ਔਰ ਇਹਨਾਂ ਦੇ ਨਾਲ ਇਹਨਾਂ ਦੇ ਬ੍ਰਦਰ ਹੈਰੀ ਜੀ, ਫਿਰ ਸ਼ੋਭਿਤ ਜੀ ਜੋ ਕਿ ਤਬਲੇ ਤੇ ਅੱਜ ਸਾਥ ਦੇਣਗੇ। ਥੋੜੀ ਜਾਣਕਾਰੀ ਇਹਨਾਂ ਦੇ ਮੂੰਹ ਹੀ ਸੁਣਦੇ ਹਾਂ। ਸੋ ਸ਼ੈਰੀ ਜੀ, ਤੁਸੀਂ ਆਪਣੇ ਬਾਰੇ ਥੋੜਾ ਜਿਹਾ ਦੱਸੋ, ਇਸ ਤੋਂ ਪਹਿਲਾਂ ਕਿ ਆਪਾਂ ਤੁਹਾਡੇ ਤੋਂ ਕਲਾਮ ਸੁਣੀਏ, ਜਿਹੜੇ ਤੁਹਾਡੀਆਂ ਰਚਨਾਵਾਂ ਹੈਰੀ ਜੀ ਉਹਦੇ ਬਾਰੇ ਪਤਾ ਕਰੀਏ ਵੀ ਕਿਵੇਂ ਆਉਂਦੀਆਂ ਤੁਹਾਡੇ ਜ਼ਿਹਨ ਦੇ ਵਿੱਚ। ਤੇ ਸ਼ੈਰੀ ਜੀ, ਆਪਣੇ ਬਾਰੇ ਤੁਹਾਡਾ ਪਿਛੋਕੜ ਕੀ ਹੈ ਐਕਚੁਅਲੀ? ਜੀ ਨਮਸਕਾਰ ਦੋਸਤੋ। ਰਮਨ ਜੀ, ਪਹਿਲਾਂ ਤਾਂ ਮੈਂ ਇੱਕ ਬਰੀਫ ਇੰਟਰੋਡਕਸ਼ਨ ਦੇਣੀ ਚਾਹਾਂਗਾ ਸਾਡੇ ਦੋਨਾਂ ਭਰਾਵਾਂ ਬਾਰੇ ਜੀ। ਜੋ ਇਹ ਹੈਰੀ ਜੀ ਨੇ, ਇਹ ਲਿਖਦੇ ਨੇ ਔਰ ਜੋ ਦਾਸ ਹੈ ਉਹ ਗਾਉਂਦਾ ਹੈ ਜੀ। ਤੇ ਸਾਨੂੰ ਇਹ ਕਹਿ ਲਓ ਵੀ ਜੋ ਗਾਇਕੀ ਦਾ ਜੋ ਸ਼ੌਂਕ ਪਿਆ ਹੈ ਇਹ ਬਚਪਨ ਤੋਂ ਪਿਆ। ਅਸੀਂ ਕੋਈ ਘਰਾਣੇ ਵਾਲੇ ਸਿੰਗਰ ਨਹੀਂ, ਲੇਕਿਨ ਮਤਲਬ ਵਿਰਸੇ ਦੇ ਵਿੱਚੋਂ ਨਹੀਂ ਹੈ ਤੁਹਾਨੂੰ ਕੁਝ ਇਸ ਤਰ੍ਹਾਂ? ਨਹੀਂ ਜੀ, ਨਹੀਂ। ਇਹ ਸਾਨੂੰ ਕਹਿ ਲਓ ਵੀ ਜੋ ਸਾਡੀਆਂ ਲੋਰੀਆਂ ਮਾਵਾਂ ਨੇ ਸੁਣਾਈਆਂ, ਉਹ ਥੋੜੀਆਂ ਜਿਹੀਆਂ ਸਪਿਰਿਚੁਅਲ ਲੋਰੀਆਂ ਸੁਣਾਉਂਦੀਆਂ ਸੀ ਮਾਵਾਂ। ਤਾਂ ਉਹ ਲੋਰੀਆਂ ਸੁਣ ਕੇ ਜੋ ਅੰਦਰ ਇੱਕ ਵਾਈਬਸ ਪ੍ਰਗਟ ਹੁੰਦੀਆਂ ਬੰਦੇ ਦੇ ਹਨ, ਤਾਂ ਉਹ ਸਾਨੂੰ ਕਹਿ ਲਓ ਵੀ ਥੋੜਾ ਜਿਹਾ ਇਸ ਤਰਫ ਲੈ ਕੇ ਆਈਆਂ। ਇੱਕ ਭਰਾ ਚਲਾ ਗਿਆ ਜੀ ਲਿਖਣ ਵਾਲੇ ਪਾਸੇ, ਔਰ ਮੈਨੂੰ ਇਹ ਗਾਉਣ ਦੀ ਜੋ ਕਲਾ ਦਿੱਤੀ ਪਰਮਾਤਮਾ ਨੇ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਔਰ ਅਸੀਂ ਦੋਨੋਂ ਬੇਸਿਕਲੀ ਪੰਜਾਬ ਤੋਂ, ਜੀਰਾ ਤੋਂ ਜੀ, ਫਿਰੋਜ਼ਪੁਰ ਜ਼ਿਲ੍ਹਾ ਸਾਡਾ। ਔਰ ਅਸੀਂ 2019 ਅਗਸਤ ਦੇ ਵਿੱਚ ਇੰਟਰਨੈਸ਼ਨਲ ਵੀਜ਼ਾ ਤੇ ਆਏ ਹਾਂ ਜੀ ਐਜ਼ ਅ ਸਟੂਡੈਂਟ। ਤੁਸੀਂ ਵੀ ਆਪਣੇ ਬਾਰੇ ਥੋੜਾ ਜਿਹਾ ਚਾਨਣਾ ਪਾ ਦਿਓ। ਦੇਖੋ ਜੀ, ਇਹਨਾਂ ਨੇ ਕਾਫੀ ਕੁਝ ਤਾਂ ਦੱਸ ਹੀ ਦਿੱਤਾ ਹੈ। ਜਿਸ ਪ੍ਰਕਾਰ ਨੇ ਦੱਸਿਆ ਕਿ ਸਾਡਾ ਇੱਕ ਘਰਾਣਾ ਨਹੀਂ ਹੈ, ਸਾਡੇ ਸਾਰੇ ਫੈਮਿਲੀ ਮੋਸਟਲੀ ਟੀਚਰਸ ਨੇ। ਇਹ ਤਾਂ ਇੱਕ ਨਿਰੰਕਾਰ ਦੀ, ਖੁਦਾ ਦੀ ਇੱਕ ਬਖਸ਼ਿਸ਼ ਹੈ, ਇੱਕ ਰਹਿਮਤ ਹੈ। ਇਹਦਾ ਸ਼ੁਕਰ ਕਰਨ ਦਾ ਸਾਨੂੰ ਇੱਕ ਢੰਗ ਦੇਤਾ, ਕਿਸੇ ਨੂੰ ਗਾ ਕੇ ਸ਼ੁਕਰ ਕਰਨ ਦਾ ਢੰਗ ਦੇਤਾ, ਕਿਸੇ ਨੂੰ ਲਿਖ ਕੇ ਸ਼ੁਕਰ ਕਰਨ ਦਾ ਢੰਗ ਦੇਤਾ। ਔਰ ਮੇਰੇ ਲਈ ਜੋ ਐਜ਼ ਅ ਇੰਸਪੀਰੇਸ਼ਨ ਉਹ ਮੇਰੇ ਮਦਰ, ਮੇਰੇ ਸਿਸਟਰਸ ਨੇ, ਜਿਨ੍ਹਾਂ ਨੇ ਮੈਨੂੰ ਐਸੇ ਸਪਿਰਿਚੁਅਲ ਇਨਵਾਇਰਨਮੈਂਟ ਅੰਦਰ ਰੱਖਿਆ, ਹਮੇਸ਼ਾ ਇੱਕ ਪੋਜ਼ਿਟਿਵ ਇਨਵਾਇਰਨਮੈਂਟ ਦਿੱਤਾ, ਤਾਂ ਕਿ ਜੋ ਇੱਕ ਮੇਰੀ ਜਿੱਧਰ ਬੀਜ ਦੀ ਉਪਜ ਹੁੰਦੀ ਹੈ, ਉਹ ਮਾਲੀ ਨੂੰ ਕਿੱਦਾਂ ਧਿਆਨ ਰੱਖਣਾ ਪੈਂਦਾ ਤਾਂ ਕਿ ਉਹ ਅੱਛਾ ਇੱਕ ਵ੍ਰਿਖ ਬਣੇ। ਤਾਂ ਉਦਾਂ ਹੀ ਮੇਰੇ ਪੇਰੈਂਟਸ ਦਾ, ਮੇਰੀ ਫੈਮਿਲੀ ਦਾ ਮੇਰੇ ਲਈ ਬਹੁਤ ਮਹੱਤਵਪੂਰਨ ਯੋਗਦਾਨ ਹੈ। ਔਰ ਵੱਡੀ ਗੱਲ ਇਹ ਹੈ ਕਿ ਤੁਸੀਂ ਦੋਨੇ ਬ੍ਰਦਰ ਹੋ, ਇੱਕ ਗਾਉਂਦਾ ਤੇ ਇੱਕ ਲਿਖਦਾ। ਔਰ ਏਡੀ ਸੋਹਣੀ ਜਿਹੜੀ ਕੜੀ ਬਣੀ ਹੈ, ਉਹ ਪ੍ਰਮਾਤਮਾ ਕਰੇ ਕਿ ਹੋਰ ਇਹ ਕੜੀ ਮਜ਼ਬੂਤ ਰਹੇ ਔਰ ਜਿੱਥੇ ਵੀ ਤੁਸੀਂ ਵਿਚਰੋ ਇਹ ਕੜੀ ਦੇ ਨਾਲ ਹੋਰ ਕੜੀਆਂ ਜੁੜਦੀਆਂ ਜਾਣ। ਸ਼ੋਭਿਤ, ਤੁਹਾਡੇ ਵੱਲ ਨੂੰ ਥੋੜਾ ਜਿਹਾ ਆਉਣੇ ਆ ਤਾਂ ਦੇਖ ਰਿਹਾ ਕਿ ਤਬਲੇ ਤੇ ਅੱਜ ਤੁਸੀਂ ਸ਼ੋਭਿਤ ਹੋ ਔਰ ਸ਼ੋਭਿਤ ਵੀ ਤੁਹਾਡਾ ਨਾਮ ਹੈ। ਤੇ ਤੁਸੀਂ ਵੀ ਆਪਣੇ ਬਾਰੇ ਦੱਸੋ ਕਿ ਤੁਸੀਂ ਕੈਨੇਡਾ ਦੇ ਵਿੱਚ ਕਦੋਂ ਆਏ ਹੋ, ਔਰ ਇਹ ਵੀ ਦੱਸੋ ਕਿ ਵੀ ਇਹ ਜਿਹੜਾ ਸ਼ੌਕ ਹੈ, ਤਬਲੇ ਦਾ ਸ਼ੌਕ ਹੈ, ਉਹ ਤੁਹਾਨੂੰ ਛੋਟੀ ਉਮਰੇ ਕਿਸ ਤਰ੍ਹਾਂ ਤੁਹਾਡੇ ਪਰਿਵਾਰ ਦੇ ਵਿੱਚ ਹੀ ਸੀ ਜਾਂ ਸਿਰਫ ਤੁਸੀਂ ਇੱਕ ਸ਼ੌਕ ਪੈਦਾ ਕੀਤਾ ਤੇ ਸਿੱਖਣਾ ਸ਼ੁਰੂ ਕਰ ਲਿਆ? ਮਤਲਬ ਮੈਂ ਆਇਆ ਤਾਂ ਸੀਗਾ ਇੱਥੇ ਕੈਨੇਡਾ ਆਈ ਥਿੰਕ 2011 ਚ ਆਪਣੇ ਪੇਰੈਂਟਸ ਦੇ ਨਾਲ। ਉਹ ਪੀਆਰ ਤੇ ਆਏ ਸੀਗੇ ਅਸੀਂ ਸਾਰੇ। ਫਿਰ ਇੱਥੇ ਮਤਲਬ ਕਾਫੀ ਟਾਈਮ ਉੱਥੇ ਹੈਗੇ ਕੈਨੇਡਾ 'ਚ ਜੀ। ਔਰ ਮਤਲਬ ਇਹਨਾਂ ਦੇ ਪਰਿਵਾਰ ਜਿਵੇਂ ਸਾਨੂੰ ਵੀ ਮਤਲਬ ਕੋਈ ਉਹ ਨਹੀਂ ਹੈਗਾ ਵਿਰਸੇ ਦਾ,
ਮਤਲਬ ਮੈਨੂੰ ਵੀ ਸ਼ੌਂਕ ਸੀਗਾ 뮤직 ਦਾ ਬਚਪਨ ਤੋਂ ਹੀ। ਮੈਂ ਜਿਵੇਂ ਗਜ਼ਲਸ ਐਂਡ ਬਾਲੀਵੁੱਡ ਸੌਂਗਸ ਉਹ ਸਾਰੇ ਸੁਣਦਾ ਸੀ ਔਰ ਉਹਨਾਂ ਚੋਂ ਜਿਵੇਂ ਤਬਲੇ ਦੀ ਬੀਟ ਹੁੰਦੀ ਆ ਉਹ ਹਮੇਸ਼ਾ ਲਾਈਕ ਨੋਟਿਸ ਕਰਨ ਦੀ ਟਰਾਈ ਕਰਦਾ ਸੀਗਾ। ਔਰ ਉੱਥੇ ਤੋਂ ਹੀ ਮਤਲਬ ਮੈਨੂੰ ਤਬਲੇ ਦੀ ਤਾਲਾਂ ਬਾਰੇ ਥੋੜਾ ਬੇਸਿਕ ਨੌਲੇਜ ਹੀ ਹੋ ਗਈ ਔਰ ਫਿਰ ਉੱਥੇ ਤੋਂ ਹੀ ਮਤਲਬ ਵੈਸਟਰਨ 뮤직 'ਚ ਵੀ ਥੋੜਾ ਜਿਹਾ ਮੇਰਾ ਇੰਟਰਸਟ ਬਣਨ ਲੱਗ ਗਿਆ। ਔਰ ਉੱਥੇ ਜਿਵੇਂ YouTube ਤੇ ਕਵਰਸ ਪਾਉਂਦੇ ਆ ਨਾ ਜਿਵੇਂ ਤਬਲਾ ਪਲੇਅਰਸ ਉਹਨਾਂ ਨੂੰ ਮੈਂ ਮਤਲਬ ਫੋਲੋ ਕਰਨ ਲੱਗ ਗਿਆ ਕਾਫੀ ਜੋ ਵੈਸਟਰਨ 뮤직 ਤੇ ਉੱਪਰ ਕਵਰਸ ਪਾ ਕੇ ਪੋਸਟ ਕਰਦਾ ਜੀ। ਐਂਡ ਦੈਨ ਮਤਲਬ ਉੱਥੇ ਤੋਂ ਹੀ ਮੈਨੂੰ ਇੱਕ ਉਹ ਮਿਲੇ ਆਰਟਿਸਟ ਸ਼ੋਭਿਤ ਬਨਵੈਚ ਜੀ। ਉਹਨਾਂ ਨੇ ਮੈਨੂੰ ਤਬਲਾ ਸਿਖਾਇਆ, ਉਹਨਾਂ ਤੋਂ ਹੀ ਹੁਣੇ ਮੈਂ ਸਿੱਖ ਰਿਹਾ ਹਾਂ ਔਰ ਮਤਲਬ ਬਸ ਸ਼ੁਕਰਗੁਜ਼ਾਰ ਹੈ ਕਿ ਆਹ ਟੈਲੈਂਟ ਮਿਲਾ ਮੈਨੂੰ। ਔਰ ਮੈਂ ਦਰਸ਼ਕਾਂ ਨੂੰ ਦੱਸ ਦਵਾਂ ਕਿ ਸ਼ੋਭਿਤ ਕੱਲਾ ਤਬਲੇ ਦਾ ਹੀ ਮਾਹਿਰ ਨਹੀਂ ਹੈ ਔਰ ਛੋਟੀ ਉਮਰ ਦੇ ਵਿੱਚ ਹੋਰ ਵੀ ਵੱਡੀਆਂ ਮੱਲਾਂ ਮਾਰੀਆਂ ਨੇ, ਉਹਦੇ ਬਾਰੇ ਵੀ ਅੱਗੇ ਚੱਲ ਕੇ ਗੱਲਬਾਤ ਕਰਾਂਗੇ। ਸੋ ਇਸ ਤੋਂ ਪਹਿਲਾਂ ਕਿ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਜਾਰੀ ਰਹੇ, ਨਾਲ ਦੀ ਨਾਲ ਜਿਹੜਾ ਇਹਨਾਂ ਦਾ ਗਾਉਣ ਪਾਣੀ ਹੈ ਜਿਹੜਾ ਤੁਹਾਨੂੰ ਅੱਜ ਸੂਫੀ ਕਲਾਮ ਤੁਹਾਡੀ ਨਜ਼ਰ ਕਰਨਾ ਹੈ, ਤਾਂ ਸ਼ੁਰੂਆਤ ਕਰਦੇ ਹਾਂ ਆਪਾਂ ਸ਼ੈਰੀ ਜੀ ਤੋਂ। ਫਿਰ ਕੀ ਸੁਣਾਉਣ ਜਾ ਰਹੇ ਸ਼ੁਰੂਆਤ ਦੇ ਵਿੱਚ ਤੁਸੀਂ ਸ਼ੈਰੀ ਜੀ? ਐਕਚੁਅਲੀ ਇਹ ਜੋ ਗੀਤ ਅਸੀਂ ਜਿਹਦੇ ਨਾਲ ਆਗਾਜ਼ ਕਰਨ ਜਾ ਰਹੇ ਹਾਂ ਇਹ ਗੀਤ ਦੇ ਪਿੱਛੇ ਇੱਕ ਛੋਟੀ ਜਿਹੀ ਸਟੋਰੀ ਜੁੜੀ ਹੈ ਜੀ ਔਰ ਉਹ ਜੋ ਸਟੋਰੀ ਉਹ ਜੁੜੀ ਹੈ ਇਹਨਾਂ ਨਾਲ। ਤਾਂ ਮੈਂ ਚਾਹਾਂਗਾ ਕਿ ਇਹ ਤੁਹਾਨੂੰ ਸਟੋਰੀ ਸੁਣਾਉਣ ਤਾਂ ਫਿਰ ਮੈਂ ਗੀਤ ਸੁਣਾਵਾਂਗਾ ਜੀ। ਅੱਛਾ, ਸਟੋਰੀ ਵੀ ਆਉਣ ਦਿਓ ਜੀ। ਹਾਂਜੀ, ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਸਭ ਤੋਂ ਵੱਡੀ ਮੁਸ਼ਕਿਲ, ਸਭ ਤੋਂ ਪਹਿਲੀ ਮੁਸ਼ਕਿਲ ਇਹ ਹੁੰਦੀ ਹੈ ਕਿ ਘਰਦਿਆਂ ਤੋਂ ਇੱਕ ਦੂਰੀ ਪੈ ਜਾਂਦੀ ਹੈ। ਘਰ ਦੇ ਇੱਕ ਇੰਡੀਆ ਬੈਠੇ ਨੇ, ਅਸੀਂ ਇੱਥੇ ਕੈਨੇਡਾ ਹੈ ਨਾ। ਤੋ ਜਦੋਂ ਨਵੇਂ ਆਏ ਤੇ ਮੈਨੂੰ ਇੱਕ ਮੇਰੇ ਫਰੈਂਡ ਦੀ ਕਾਲ ਆਈ, ਅਸੀਂ ਗੱਲ ਕਰ ਰਹੇ ਹਾਂ ਤੇ ਉਸਨੇ ਇੱਕ ਸਵਾਲ ਕੀਤਾ ਮੈਨੂੰ। ਉਹ ਕਹਿੰਦਾ ਕਿ ਤੂੰ ਐਡੀ ਦੂਰ ਚਲਾ ਗਿਆ, ਤੇਰਾ ਇਕੱਲੇ ਦਾ ਉੱਥੇ ਦਿਲ ਕਿਦਾਂ ਲੱਗਦਾ? ਤਾਂ ਸਹਿਜੇ ਹੀ ਫਿਰ ਨੰਕਾਰ ਵੱਲੋਂ ਹੀ ਇੱਕ ਆਮਦ ਹੋਈ ਕਿ ਤੈਨੂੰ ਕਿੰਨੇ ਕਿਹਾ ਮੈਂ ਇਕੱਲਾ ਹਾਂ। ਫਿਰ ਉਹ ਪੰਕਤੀਆਂ ਕੁਝ ਇਦਾਂ ਜੁੜੀਆਂ ਕਿ ਲੋਕੀ ਕਹਿੰਦੇ ਮੈਨੂੰ ਇਕੱਲਾ, ਮੇਰੇ ਨਾਲ ਮੇਰਾ ਹੱਲ ਹੈ। ਮਤਲਬ ਮਜ਼ਾ ਆ ਗਿਆ। ਔਰ ਜਿਹੜੀਆਂ ਤੁਸੀਂ ਗੱਲਾਂ ਲਿਖਦੇ ਹੋ ਔਰ ਤੁਹਾਡੀਆਂ ਜਿਹੜੀਆਂ ਰੋਜ਼ਮਰਾ ਦੀ ਜ਼ਿੰਦਗੀ ਦੇ ਗੱਲਾਂ ਦੇ ਵਿੱਚੋਂ ਹੀ ਜਿਹੜੀ ਤੁਹਾਡੇ ਗੀਤਾਂ ਦੀ ਉਪਜ ਹੈ ਉਹ ਮੈਨੂੰ ਨਜ਼ਰ ਆ ਰਹੀ ਹੈ ਕਿ ਓਬਜ਼ਰਵ ਕੀਤਾ ਕਿ ਉਹ ਸ਼ਾਇਦ ਅੱਜ ਇਹੀ ਸਭ ਕੁਝ ਜਿਹੜਾ ਸੁਣਨ ਨੂੰ ਮਿਲੂਗਾ। ਸੂਫੀ ਮੈਂ ਇਸ ਤੋਂ ਪਹਿਲਾਂ ਕਿ ਤੁਹਾਡੇ ਤੋਂ ਸੁਣਾ, ਸੂਫੀ ਕਲਾਮ ਹੀ ਕਿਉਂ ਚੁਣਿਆ ਤੁਸੀਂ ਆਪਣੀ ਗਾਇਕੀ ਦੇ ਵਿੱਚ? ਦੇਖੋ ਜੀ, ਮੈਂ ਨਿੱਕੇ ਹੁੰਦੇ ਤੋਂ ਹੀ ਪੜ੍ਹਦਾ ਆ ਰਿਹਾ। ਨਿੱਕੇ ਹੁੰਦੇ ਤੋਂ ਜਿਸ ਪ੍ਰਕਾਰ ਤੁਹਾਨੂੰ ਦੱਸਿਆ ਕਿ ਪੇਰੈਂਟਸ ਦਾ ਇੱਕ ਬੜਾ ਵੱਡਾ ਯੋਗਦਾਨ ਹੈ, ਤਾਂ ਮੇਰੇ ਨਿੱਕੇ ਹੁੰਦੇ ਤੋਂ ਇੱਕ ਖੁਆਇਸ਼ ਸੀ ਕਿ ਮੈਂ ਆਪਣੇ ਪੀਰੋ ਮੁਰਸ਼ਿਦ ਲਈ ਕੁਝ ਲਿਖਾਂ। ਆਪਣੇ ਪੀਰੋ ਮੁਰਸ਼ਿਦ ਦੀ ਕੁਝ ਸਿਫਤ 'ਚ ਲਿਖਾਂ, ਕੁਝ ਇਹਦੇ ਸ਼ੁਕਰ 'ਚ ਲਿਖਾਂ। ਤਾਂ ਫਿਰ ਮੈਨੂੰ ਪਤਾ ਲੱਗਿਆ ਕਿ ਮੇਰੇ ਪੀਰੋ ਮੁਰਸ਼ਿਦ ਨੂੰ ਸੂਫੀ ਬੜਾ ਪਸੰਦ ਹੈ। ਤਾਂ ਫਿਰ ਇੱਧਰ ਹੀ ਰੁਝਾਨ ਵੱਧ ਗਿਆ ਔਰ ਇਸ ਦੀ ਮਹਿਮਾਨਦਾਰੀ ਜੋ ਲਿਖਣ ਨੂੰ ਮਿਲਿਆ ਇਹ ਸੂਫੀ ਨੇ ਇਸਨੇ ਰੰਗ ਲੈ ਲਿੱਤਾ। ਮਹਾਰਾਜ ਫਿਰ ਸੁਣਾ ਦਿਓ ਔਰ ਸਾਡੇ ਵੀ ਦਰਸ਼ਕਾਂ ਨੂੰ ਨਿਹਾਲ ਕਰ ਦਿਓ ਜੋ ਅੱਜ ਤੁਹਾਡਾ ਪ੍ਰੋਗਰਾਮ ਦੇਖ ਰਹੇ ਆ। ਔਰ ਮੈਂ ਦਰਸ਼ਕਾਂ ਨੂੰ ਤਾਕੀਦ ਕਰਦਾ ਕਿ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ, ਬਹੁਤ ਸਾਰੇ ਸਟੂਡੈਂਟਸ ਆਉਂਦੇ ਆ, ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦਾ, ਲੇਕਿਨ ਕੁਝ ਆਪਾਂ ਕਹਿੰਦੇ ਆ ਕਿ ਜਗ ਮੇਂ ਉਤਮ ਕਾੜੀਏ ਵਿਰਲੇ ਕਈ ਕੇ। ਸੋ ਕਹਿਣ ਦਾ ਭਾਵ ਕੁਝ ਵਿਰਲੇ, ਕੁਝ ਵਿਲੱਖਣ ਜਿਹੜੀਆਂ ਰੂਹਾਂ ਹੁੰਦੀਆਂ ਨੇ, ਕੁਝ ਚਿਹਰੇ ਹੁੰਦੇ ਨੇ, ਉਹਨਾਂ ਨੂੰ ਵੀ ਤੁਸੀਂ ਫੀਡਬੈਕ ਦਿਆ ਕਰੋ, ਬੂਸਟ ਕਰਿਆ ਕਰੋ ਤਾਂ ਕਿ ਉਹ ਅੱਗੇ ਚੱਲ ਕੇ ਤੁਹਾਡੇ ਹੀ ਬੱਚਿਆਂ ਦੀ ਉਹ ਰਾਹ ਗੁਜ਼ਾਰ ਜਾਂ ਰਹਿਨੁਮਾਈ ਕਰ ਸਕਣ। ਇਸ ਤਰ੍ਹਾਂ ਦੀ ਜਿਹੜੀ ਗਾਇਕੀ ਹੈ ਇਹ ਪੇਸ਼ ਕਰਨਗੇ ਅੱਜ। ਸੋ ਇਸ ਤੋਂ ਪਹਿਲਾਂ ਕਿ ਵੀ ਹੋਰ ਆਪਾਂ ਗੱਲਾਂ ਬਾਤਾਂ ਕਰੀਏ, ਕਿਉਂਕਿ ਗੱਲਾਂ ਬਾਤਾਂ ਮੁੱਕਣੀਆਂ ਨਹੀਂ, ਤੁਸੀਂ ਕਲਾਮ ਜ਼ਰੂਰ ਸ਼ੁਰੂ ਕਰੋ। ਜੀ ਜ਼ਰੂਰ ਜੀ। ਪਰ ਮੇਰੇ ਨਾਲ ਮੇਰਾ ਲੋਕੀ ਕਹਿੰਦੇ ਮੈਨੂੰ ਕੱਲਾ, ਪਰ ਮੇਰੇ ਨਾਲ ਮੇਰਾ ਇੱਕ ਮੈਂ ਕੱਲਾ, ਇੱਕ ਕੱਲਾ, ਇੱਕ ਮੈਂ ਕੱਲਾ, ਇੱਕ ਕੱਲਾ, ਸਾਡਾ ਕੱਲਿਆਂ ਦਾ ਹੈ ਕਾਫਲਾ। ਲੋਕੀ ਕਹਿੰਦੇ ਮੈਨੂੰ ਕੱਲਾ, ਪਰ ਮੇਰੇ ਨਾਲ ਮੇਰਾ ਕੱਲਾ। ਲੋਕੀ ਕਹਿੰਦੇ ਮੈਨੂੰ ਕੱਲਾ, ਪਰ ਮੇਰੇ ਨਾਲ ਮੇਰਾ ਅੱਲਾ। ਅੱਲਾ ਅੱਲਾ ਮੇਰਾ ਮੌਲਾ ਮੌਲਾ ਅੱਲਾ 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 ਮੇਰਾ ਮੌਲਾ ਮੌਲਾ ਮੌਲਾ। ਸਾਂਭ ਮੈਨੂੰ ਮੇਰਾ ਸਾਹਿਬ ਦਾਤਾ, ਪਲ ਪਲ ਕੇ ਸਾਂਭ ਮੈਨੂੰ ਮੇਰਾ ਸਾਹਿਬ ਦਾਤਾ। ਕਿਸੇ ਵੀ ਘਟ ਵਿੱਚ ਆ ਕੇ ਮੇਰੇ
ਸਵਾਰ ਕਿਸੇ ਖੱਤ ਵਿੱਚ ਆ ਕੇ ਮੇਰੇ ਦਿੰਦਾ ਤਨ ਸਵਾਰ ਇਹਦੇ ਰੰਗ ਨੇ ਨਿਆਰੇ ਫਿਰ ਸਮਝਾ ਤੂੰ ਬਾਹਰ ਇਹਦੇ ਰੰਗ ਨੇ ਨਿਆਰੇ ਫਿਰ ਸਮਝਾ ਤੂੰ ਬਾਹਰ ਇਹਦਾ ਢੰਗ ਹੈ ਬੜਾ ਬਉਲਾ ਕਹਿੰਦੇ ਮਨ ਕਰ ਮੇਰੇ ਨਾਲ ਮੇਰਾ ਅੱਲਾ 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 ਮੌਲਾ 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 ਅੱਲਾ 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 ਮੇਰਾ ਮੌਲਾ ਮੌਲਾ ਬਹੁਤ ਕਮਾਲ ਬਾ ਕਮਾਲ ਔਰ ਰਚਨਾ ਦੀ ਤਾਂ ਦਾਦ ਦੇਣੀ ਬਣਦੀ ਹੈ ਨਾਲ ਦੇ ਨਾਲ ਜਿਹੜੀ ਤੁਸੀਂ ਕੰਪੋਜੀਸ਼ਨ ਸੁਣਾਈ ਆ ਬੜੀ ਠਰਮੇ ਵਾਲੀ ਔਰ ਲੱਗਦਾ ਕਿ ਕੁਝ ਵਾਕਈ ਜਿਵੇਂ ਕਹਿੰਦੇ ਨਾ ਇੱਕ ਰਵਾਨਗੀ ਦੇ ਵਿੱਚ ਕੋਈ ਚੀਜ਼ ਗੁਜ਼ਰ ਰਹੀ ਹੋਵੇ ਔਰ ਮਜ਼ਾ ਆਉਂਦਾ ਹੋਵੇ ਜਿਹਨੂੰ ਆਪਾਂ ਮੈਡੀਟੇਸ਼ਨ 뮤직 ਕਹਿੰਦੇ ਆ ਇਸ ਤਰ੍ਹਾਂ ਦੀ ਜਿਹੜੀ ਹੈ ਕੰਪੋਜੀਸ਼ਨ ਵੀ ਸਾਨੂੰ ਸੁਣਨ ਨੂੰ ਮਿਲ ਰਹੀ ਹੈ ਔਰ ਅੱਜ ਖੁਸ਼ੀ ਇਸ ਗੱਲ ਦੀ ਹੈ ਕਿ ਵੀ ਜਿਹੜੇ ਦੋ ਭਰਾ ਹੈ ਜਿਹਦੇ ਵਿੱਚੋਂ ਇੱਕ ਲਿਖਦਾ ਤੇ ਇੱਕ ਗਾਉਂਦਾ ਹੈ ਤੇ ਤੀਜਾ ਜਿਹੜਾ ਸਾਡੇ ਨਾਲ ਇਹਨਾਂ ਦੀ ਇੱਕ ਫੈਮਿਲੀ ਦਾ ਹੀ ਮੈਂਬਰ ਹੈ ਔਰ ਜਿਹੜਾ ਤਬਲੇ ਦੇ ਉੱਪਰ ਸ਼ੋਭਿਤ ਹੈ। ਸ਼ੋਭਿਤ ਜੀ ਮੈਂ ਤੁਹਾਡੇ ਤੋਂ ਜਾਣਨਾ ਚਾਹਣਾ ਕਿ ਇਕੱਲੇ ਤਬਲੇ ਤੋਂ ਬਿਨਾ ਜਿਹੜੀਆਂ ਤੁਹਾਡੀਆਂ ਹੋਰ ਪ੍ਰਾਪਤੀਆਂ ਨੇ ਉਹਦੇ ਬਾਰੇ ਵੀ ਦਰਸ਼ਕਾਂ ਨੂੰ ਦੱਸੋ ਕਿ ਅਸਲ ਦੇ ਵਿੱਚ ਛੋਟੀ ਉਮਰ ਦੇ ਵਿੱਚ ਹੋਰ ਕਿਹੜੀਆਂ ਤੁਸੀਂ ਉਪਲਬਧੀਆਂ ਪ੍ਰਾਪਤ ਕੀਤੀਆਂ? ਛੋਟੀ ਉਮਰ 'ਚ ਵੈਸੇ ਮੈਂ ਸਪੋਰਟਸ ਖੇਡਦਾ ਸੀ ਕਾਫੀ ਜਿਵੇਂ ਵਾਲੀਬਾਲ ਹੋ ਗਈ ਬੈਡਮਿੰਟਨ ਹੋ ਗਈ ਸੌਕਰ ਹੋ ਗਿਆ ਉਹ ਸਾਰੀ ਮੈਂ ਸਪੋਰਟਸ ਖੇਡਦਾ ਸੀ ਫਿਰ ਇੱਥੇ ਸਕੂਲ 'ਚ ਆ ਕੇ ਮੈਂ ਸਕੂਲ ਟੀਮਾਂ 'ਚ ਜੁਆਇਨ ਕਰਿਆ ਉੱਥੇ ਮਤਲਬ ਕੋਚਿਸ ਨੇ ਪੂਰਾ ਮਤਲਬ ਕੋਚ ਕਰਿਆ ਮੈਨੂੰ ਸਕਿੱਲ ਦਈ ਉਹ ਔਰ ਉਹੀ ਪ੍ਰੈਕਟਿਸ ਨਾਲ ਮੇਰੀ ਕਾਫੀ ਅੱਛੀ ਹੋ ਗਈ ਔਰ ਫਿਰ ਹਾਈ ਸਕੂਲ 'ਚ ਆ ਕੇ ਮੈਂ ਉਹੀ ਟੀਮਸ ਦਾ ਮਤਲਬ ਟਰਾਈ ਆਊਟ ਤੇ ਜਾਂਦਾ ਸੀਗਾ ਕਿ ਮੈਂ ਵੀ ਟੀਮ 'ਚ ਖੇਲਣਾ ਕਿਉਂਕਿ ਇੰਟਰਸਟ ਸੀਗਾ ਸ਼ੁਰੂ ਤੋਂ ਹੀ ਫਿਰ ਉਹੀ ਮਤਲਬ ਟੀਮ 'ਚ ਉਹ ਟੈਲੈਂਟ ਡਿਵੈਲਪ ਹੋ ਕੇ ਜਿਹਨੂੰ ਕੈਪਟਨ ਬਣਾਇਆ ਸੀਗਾ ਟੀਮ ਦਾ ਫॉर ਵਾਲੀਬਾਲ ਐਂਡ ਬੈਡਮਿੰਟਨ ਔਰ ਉਹੀ ਮਤਲਬ ਮੈਨੂੰ ਖੇਲਦਾ ਸੀਗਾ ਉੱਥੇ ਹੀ ਔਰ ਮੈਨੂੰ ਕਾਫੀ ਅਵਾਰਡਸ ਵੀ ਮਿਲੇ ਆ ਸਪੋਰਟਸ ਵਾਸਤੇ ਹੀ ਲਾਈਕ MVP ਐਥਲੀਟ ਆਫ ਦ ਈਅਰ ਮੈਨੂੰ 3 ਵਾਰ ਮਿਲ ਚੁੱਕਿਆ ਆਲਰੇਡੀ ਔਰ ਆਹ ਸਪੋਰਟਸ ਹੁਣ ਤੁਹਾਡੀ ਇਸ ਜਿਵੇਂ ਤੁਸੀਂ ਆਪਾਂ ਏਜ ਦੀ ਗੱਲ ਕਰਦੇ ਹਾਂ ਹੁਣ ਇਸ ਟਾਈਮ ਤੁਹਾਡੀ ਕਿੰਨੀ ਉਮਰ ਹੈ? ਮੈਂ 18 ਸਾਲ ਦਾ 18 ਸਾਲ ਦੇ ਵਿੱਚ ਪ੍ਰਾਪਤੀਆਂ ਤੁਹਾਡੀਆਂ 18 ਤੋਂ ਵੀ ਜ਼ਿਆਦਾ ਵੱਧ ਹੋ ਗਈਆਂ ਤੇ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਆ ਵੀ ਤੁਸੀਂ ਰੂਹਦਾਰੀ ਹੈ ਜਿਹੜੀ ਮਿਊਜ਼ਿਕ ਦੇ ਨਾਲ ਜੁੜੇ ਹੋਏ ਆ ਤੁਸੀਂ ਸੋ ਉਸ ਤੋਂ ਬਾਅਦ ਤੁਹਾਡੇ ਨਾਲ ਫਿਰ ਮੈਂ ਮੁਖਾਤਿਬ ਹੋਣਾ ਕਿ ਤੁਸੀਂ ਜਦੋਂ ਲਿਖਦੇ ਨੇ ਹਾਂਜੀ ਤੁਹਾਡਾ ਇੱਕ ਤਾਂ ਰੁਝਾਨ ਇਹ ਹੋ ਗਿਆ ਕਿ ਤੁਸੀਂ ਸਪਿਰਚੁਅਲੀ ਤੁਹਾਡਾ ਇੱਕ ਪਿਛੋਕੜ ਕਹਿ ਲਓ ਤੁਹਾਡੇ ਪਰਿਵਾਰ ਦੇ ਵਿੱਚ ਕਹਿ ਲਓ ਕਿ ਤੁਹਾਡਾ ਜਿਹੜਾ ਪਿਛੋਕੜ ਸਪਿਰਚੁਅਲੀ ਸੀਗਾ ਤਾਂ ਤੁਹਾਡੇ ਜ਼ਿਹਨ 'ਚ ਉਹ ਚੀਜ਼ਾਂ ਆਉਣ ਲੱਗ ਗਈਆਂ ਜੀ ਪਰ ਕਈ ਵਾਰੀ ਆਪਾਂ ਲੇਖਕਾਂ ਦੀਆਂ ਨਾ ਆਪਾਂ ਪੜ੍ਹਦੇ ਆ ਕਿ ਉਹ ਕਹਿੰਦੇ ਕਿ ਅਸੀਂ ਜੀ ਪਹਾੜਾਂ 'ਚ ਚਲੇ ਜਾਂਦੇ ਆ ਜਾਂ ਸ਼ਿਮਲੇ ਚਲੇ ਗਏ ਜੀ ਕਿਤੇ ਇੱਧਰ ਉੱਧਰ ਚਲੇ ਗਏ ਸਾਨੂੰ ਫਿਰ ਲਿਖਤ ਆਉਂਦੀ ਹੈ ਕੁਝ ਤੁਹਾਡੇ ਨਾਲ ਵੀ ਇਸ ਤਰ੍ਹਾਂ ਦਾ ਹੁੰਦਾ? ਇਦਾਂ ਤਾਂ ਕੋਈ ਸਪੈਸੀਫਿਕ ਨਹੀਂਗਾ ਜੀ ਇਹ ਗੱਲ ਤਾਂ ਜਿਵੇਂ ਕਹਿੰਦੇ ਨਾ ਕਨੈਕਟੀਵਿਟੀ ਦੀ ਹੈ ਜਿੱਥੇ ਬਹਿ ਕੇ ਇਸ ਰੱਬ ਨਾਲ ਕਨੈਕਟੀਵਿਟੀ ਬਣ ਜਾਂਦੀ ਉੱਥੇ ਆਮਦ ਹੋਣ ਲੱਗ ਪੈਂਦੀ ਹੈ। ਕਈ ਵਾਰੀ ਜਿਵੇਂ ਇੰਡੀਆ ਸੀ ਜਦ ਤਾਂ ਮੈਂ ਆਪਣੇ ਟੈਰਿਸ ਤੇ ਚਲਾ ਜਾਂਦਾ ਸੀ ਹਨਾ ਉੱਥੇ ਵਿਸ਼ਾਲ ਦਰਸ਼ਨ ਹੋਣੇ ਰੱਬ ਦੇ ਤਾਂ ਉੱਥੇ ਬਹਿ ਕੇ ਜਦੋਂ ਇਹਦੀ ਯਾਦ 'ਚ ਬੈਠਣਾ ਤਾਂ ਕਾਫੀ ਗੀਤ ਉਤਰੇ ਫਿਰ ਜਦ ਮੈਂ ਸਵੇਰ ਰਨਿੰਗ ਲਈ ਜਾਣਾ ਤਾਂ ਉੱਥੇ ਗਰਾਊਂਡ 'ਚ ਬੈਠ ਜਾਣਾ ਦੇਖਣਾ ਕਿ ਸਭ ਖੇਲ ਰਹੇ ਆ ਲੇਕਿਨ ਇਹਦੀ ਯਾਦ ਇਹਦੀ ਇਬਾਦਤ 'ਚ ਬੈਠਦੇ ਸੀ ਤਾਂ ਫਿਰ ਉਦੋਂ ਵੀ ਇਹਨੇ ਬਖਸ਼ਿਸ਼ ਮਾਫੀ ਚਾਹੁੰਦਾ ਵਿੱਚ ਟੋਕ ਰਿਹਾ ਕਿ ਥੋੜੀ ਜਿਹੀ ਫਨੀ ਇਨਸੀਡੈਂਟ ਕਰਨਾ ਸ਼ੇਅਰ ਕਰਦਾ ਕਿ ਅਕਸਰ ਜਦੋਂ ਕੋਈ ਆਮਦ ਹੁੰਦੀ ਹੈ ਤਾਂ ਉਹ ਗੀਤ ਲੈ ਕੇ ਆਉਂਦੇ ਕਿ ਸ਼ੈਰੀ ਭਾਜੀ ਆਪਾਂ ਇਹ ਗੀਤ ਬਣਾਈਏ ਤਾਂ ਅਕਸਰ ਹੀ ਇਹਨਾਂ ਨਾਲ ਕੀ ਹੁੰਦਾ ਮੈਨੂੰ ਕਹਿੰਦੇ ਭਾਜੀ ਮੈਂ ਰਾਤੀ ਸੁੱਤਾ ਪਿਆ ਸੀ ਤੇ ਇੱਕੋਦਮ ਜਾ ਖੁੱਲੀ ਤੇ ਆ ਲਾਈਨਾਂ ਉਤਰੀਆਂ ਮੇਰੇ ਸੁੱਤੇ ਪਏ ਨੂੰ ਗੀਤ ਬਹੁਤ ਕਰਦੇ ਨਾਲ ਜਦੋਂ ਸੁੱਤੇ ਪਏ ਨੂੰ ਜਿਹੜੀ ਆ ਉਹ ਕੀ ਬਾਣੀ ਉੱਤੇ ਇੱਕ ਦਫਾ ਯਾਦ ਹੈ ਮੈਂ ਸੁੱਤਾ ਪਿਆ ਪਾਣੀ ਪੀਣ ਲਈ ਉੱਠਿਆ ਜੋ ਦੁਬਾਰਾ ਤੋਂ ਸੁਣਿਆ ਸੀ ਉਸ ਤੋਂ ਪਹਿਲਾਂ ਗੀਤ ਰੈਡੀ ਹੋ ਗਿਆ ਸੀਗਾ ਅੱਛਾ ਹਾਂਜੀ ਉਹ ਇਸ ਅੱਗੇ ਸੀਗਾ ਕਿ ਬੱਚੇ ਹਾਂ ਅਸੀਂ ਨਾਦਾਨ ਤੇ ਨਾ ਸਮਝੇ ਬਸ ਪਾਈ ਰੱਖੀ ਤੂੰ ਪੜਦੇ ਵਾਹ ਵਾਹ ਸਤਾਰ ਅੱਗੇ ਅਰਦਾਸਾਂ ਤੇ ਹੁਣ ਜਿਹੜਾ ਅਗਲਾ ਕਲਾਮ ਹੈ ਸ਼ੈਰੀ ਜੀ ਉਹ ਕਿਹੜਾ ਤੁਸੀਂ ਦਰਸ਼ਕਾਂ ਦੀ ਨਜ਼ਰ ਕਰ ਰਹੇ ਹੋ? जी सो जो अगला कलाम है जी वो एक्चुअली जितना दसिया ही है कि जो शुरुआत ही जिंदगी की इदा हुई है स्पिरिचुअलिटी तो पेरेंट्स ने जो अपब्रिंगिंग की साडी है ना वो कुछ इस तरह की की कि दुनियावी चीज़ों वाल रुझान ही नहीं गया है ना सो मतलब उठते बहते खाते पीते हरदम एदा शुकराना जो मतलब एक जो कहानी बन गई जिंदगी की वो इस प्रकार की बन गई जो मैं गीत दे राही अज बयान करांगा आप जी 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 अच्छा
सजना तेरे ते मुक जानी है साडी जिंदगी दी एक कहानी है हाँ साडी जिंदगी दी एक कहानी है साडी जिंदगी दी एक कहानी जो रखता ऐसी कला कोई कोल नहीं तेरी मैंने बड़ी सोची इन्हें पाक मेरे बोल नहीं खुश जो रखता ऐसी कला कोई कोल नहीं तेरी मैंने बड़ी सोची इन्हें पाक मेरे बोल नहीं तेरे सिर्फ किंज तरह है तेरे सिर्फ किंज तरह है मैं फानी तू ला फानी सकी जिंदगी दी एक कहानी है हाँ सकी जिंदगी दी एक कहानी बड़ी साफ सुथरी जी गायकी अज सानू सुनने ਨੂੰ मिल रही है दर्शक भी शायद इस चीज़ नाल इस गल नाल एग्री होणगे कि यह जी साफ सुथरी गायकी है और इन्नी छोटी एज दे इन्नी छोटी उम्र दे साडे नाल जिहड़े बच्चे बैठे इंटरनेशनल स्टूडेंट दे मूहों कई वारी असी हैरानगी या सरप्राइज हुंदी है कि भी इन्नी छोटी उम्र दे विच भी इस तरह दे सूफी कलाम लिखने और गाने इन्हां दे हिस्से आया ये बड़ी सरप्राइज वाली गल है और दर्शकों में दस देवां कि यह अज सिर्फ सानू दो जिहड़े स्थाई अंतर इसलिए सुना रहे हैं क्योंकि समा बड़ा सीमित हुंदा और असी एक समय के दायरे दे विच बच के जिहड़ी इंटरव्यू कर रहे हैं और इन्हां दी पेशकारी तुहाडे रूबरू कर रहे हैं सो ਤੁਹਾਨੂੰ मैं पूछना चाहना शैरी जी जिवें मैं उन्होंने पूछा सी कि ਤੁਹਾਨੂੰ कि भी कदों ते किवें ਤੁਹਾਨੂੰ ਇਹ ਜਿਹੜਾ ਤਬਲੇ ਦਾ ਸ਼ੌਕ ਜਾਗਿਆ जी ਇਹ ਤਾਂ ਸਮਝ ਆ ਗਈ ਗੱਲ ਕਿ ਵੀ ਉਹ ਲਿਖਦੇ ਸੀ ਉਹਨਾਂ ਨੂੰ ਆਉਂਦੀ ਸੀ ਗੱਲ ਕਿ ਮੈਂ ਲਿਖਾਂ ਕੁਝ ਰਾਤ ਨੂੰ ਉੱਠੀਆਂ ਤਾਂ ਲਾਈਨਾਂ ਆ ਗਈਆਂ ਤੇ ਲਿਖ ਲਿਆ ਹਾਰਮੋਨੀਅਮ ਸਿੱਖਣ ਦਾ ਤੁਹਾਡਾ ਜਿਹੜਾ ਰੁਝਾਨ ਹੈ ਜਾਂ ਹਾਰਮੋਨੀਅਮ ਤੁਹਾਡਾ ਕਿਵੇਂ ਆਇਆ ਕਿ ਵੀ ਹਾਰਮੋਨੀਅਮ ਸਿੱਖਿਆ ਜਾਵੇ ਤੇ ਨਾਲ ਦੀ ਨਾਲ ਗਾਇਕੀ ਸਿੱਖੀ ਜਾਵੇ ਔਰ ਜਿਹੜੀ ਤੁਹਾਡੀ ਆਵਾਜ਼ ਦੇ ਵਿੱਚ ਮੈਲੋਡੀ ਹੈ ਬੜੀ ਮਿਠਾਸ ਹੈ ਉਹ ਇੱਕਦਮ ਤਾਂ ਆਉਣ ਵਾਲੀ ਹੈ ਨਹੀਂ ਚੀਜ਼ ਔਰ ਬੜਾ ਰਿਆਜ਼ ਇਹਦੇ ਪਿੱਛੇ ਚਾਹੀਦਾ ਉਹਦੇ ਬਾਰੇ ਵੀ ਤੁਸੀਂ ਦੱਸੋ ਵੀ ਇਹ ਕਿੰਨੇ ਟਾਈਮ ਦਾ ਰਿਆਜ਼ ਚੱਲ ਰਿਹਾ एक्चुअली रियाज की अगर मैं गल करा तो जी मतलब छोटे होंदे तो ही है ना गाउंदे आ रहे हैं तो अगर हारमोनीयम छोटे होंदे तो मतलब कितनी एज दे विच शुरू कीता एज 9-10 साल की एज सी जो मैं मैनूं याद है कि मैं अपने हारमोनीयम की पहली क्लास ली सी लेकिन मैं हारमोनीयम कंटीन्यूअसली नहीं सीखिया मेरे पेरेंट्स एक्चुअली मैनूं स्टडी वाले पासे ज़्यादा फोर्स करते हैं कि पहला अपना करियर स्टडी च बनाओ फिर म्यूजिक च लेकिन वो कहते ना भी एक जिहड़ा अंदर कीड़ा हुंदा वो नहीं जीण दिंदा ते जदों स्कूल च आपां नूं पता इंडिया छुट्टियां हुंदियां जून दे विच है ना ते वो छुट्टियां विच पेरेंट्स नूं कह के कि मैं तां क्लासेस लैणीआं जी तां मैं हर जिद्दां साल दे विच 1 महीना हारमोनीयम सिੱਖਦਾ ਸੀ ਹਨਾ ਇਦਾਂ ਕਰਕੇ ਮੈਨੂੰ ਲੱਗਦਾ ਵੀ ਸ਼ਾਇਦ ਸੈਕਿੰਡ ਥਰਡ ਤੋਂ ਮੈਂ ਸ਼ੁਰੂ ਕੀਤਾ ਹੋਣਾ ਤਾਂ ਹਰ ਈਅਰ 1 ਸਾਲ 1 ਮਹੀਨਾ ਹਾਰਮੋਨੀਅਮ ਸਿੱਖਿਆ ਹਨਾ ਤਾਂ ਉਸ ਤੋਂ ਬਾਅਦ ਜੋ ਨਿਖਾਰ ਦੀ ਆਪ ਜੀ ਗੱਲ ਕਰ ਰਹੇ ਹੋ ਕਿ ਇਹ ਜੋ ਮੈਲੋਡੀ ਹੈ ਵੈਸੇ ਤਾਂ ਇਹ ਕਿਸੇ ਗੱਲ ਦਾ ਕਹਿੰਦੇ ਵੀ ਮਾਣ ਨਹੀਂ ਕਰਨਾ ਚਾਹੀਦਾ ਇਹ ਪਰਮਾਤਮਾ ਦੀ ਦੇਣ ਹੈ ਲੇਕਿਨ ਇਹ ਜੋ ਇੱਕ ਨਿਖਾਰ ਹੈ ਆਵਾਜ਼ 'ਚ ਇਹਦੇ ਮੈਂ जो क्रेडिट्स वो मैं देना चाहूँगा अपने कॉलेज के टीचर नूं डॉक्टर नरेंद्र जी जो अपने फिरोजपुर RSB कॉलेज सानू पढ़ाया करते सी और एक्चुअल जो मेरी फील्ड है वो साइंस दी है जी मैं साइंस का स्टूडेंट सी इंडिया और इत्थे भी मैं साइंस लैके आया नाल बिल्कुल ही बखरा है और एक पासे साइंस ते दूजे पासे सूफी है ना इन्हां दा जिहड़ा जे देखिया जाए ना एक सिक्के दे दो पहलू हुंदे आ ते ਉਹ ਸਾਮ ਜਿਹੜੀ ਸਾਫ ਜਿਹੜੀ ਹੈ ਉਹ ਇੱਕ ਉਦਾਹਰਨ ਤੁਹਾਡੇ ਵਿੱਚ ਨਜ਼ਰ ਆ ਰਹੀ ਹੈ ਸ਼ੁਕਰੀਆ ਜੀ ਆਪਾਂ ਗੱਲਾਂ ਥੋੜਾ ਜਿਹਾ ਵਿਸਰਾਮ ਕਰੀਏ ਤੇ ਥੋੜਾ ਜਿਹਾ ਹੋਰ ਵੀ ਕਲਾਮ ਸੁਣਾ ਦਈਏ ਦਰਸ਼ਕਾਂ ਨੂੰ ਜਿਵੇਂ ਤੁਸੀਂ ਕਰ ਹੀ ਰਹੇ ਹੋ ਜ਼ਿਕਰ ਸ਼ਹਿਰ ਦਾ ਤਾਂ ਐਸਾ ਹੀ ਗੀਤ ਹੈ ਪਰ ਇਹਦੇ ਅੰਦਰ ਇੱਕ ਰੂਹਾਨੀ ਸ਼ਹਿਰ ਦੀ ਗੱਲ ਕੀਤੀ ਹੈ ਅੱਛਾ ਹਾਂਜੀ ਉਹ ਆਪ ਦੇ ਪੇਸ਼ੇ ਖਿਦਮਤ ਜੀ
सानू ले आया एक रूहां दे ऐसे शहर इश्क सानू ले आया एक रूहां दे ऐसे शहर जिथे प्यार ही बस प्यार है नफरत दा ना कोई कहे इश्क सानू ले आया एक रूहां दे ऐसे शहर तेरा इश्क सानू ले आया एक रूहां दे ऐसे शहर जिथे भरत दे सब मिलता ते पहन दे सहजता जिथे भरत दे सब मिलता ते पहन दे सहजता तौफीक सब नानू बड़ी ते बोला दे विच देवता पानी दी थां ते महल जे थे दया दी महल पानी दी थां ते महल जे थे दया दी महल तेरा इश्क सानू लाया एक रूहां दे ऐसे शहर इश्क सानू लाया एक रूहां दे ऐसे शहर शुक्रिया जी। बहुत अच्छा। और तेरा इश्क सानू ले आया रूहां दे ऐसे शहर ऐसे शहर ऐसे ਸੋ ਇਹ ਜਿਹੜਾ ਸ਼ਹਿਰ ਦੇ ਤੁਸੀਂ ਵਿੱਚ ਆ ਗਏ ਹੋ ਪਹਿਲਾਂ ਤਾਂ ਤੁਹਾਨੂੰ ਵੀ ਮੁਸ਼ਕਲ ਆਈ ਹੋਣੀ ਹੈ ਕਿਉਂਕਿ ਸਟਰਗਲ ਦੀ ਗੱਲ ਕੀਤੀ ਹੈ ਨਾ ਪਹਿਲਾਂ ਤੋਂ ਥੋੜਾ ਜਿਹਾ ਫੀਲ ਹੁੰਦਾ ਕਿ ਵੀ ਨਾ ਤਾਂ ਇੱਥੇ ਮਾਂ ਪਿਓ ਹੈ ਨਾ ਹੀ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਸਾਥ ਸੰਬੰਧੀ ਹੈ ਜਿਹੜਾ ਕੋਈ ਸਾਨੂੰ ਪੱਕੀਆਂ ਪਕਾਈਆਂ ਦੇ ਦੇ ਤੇ ਸਵੇਰੇ ਉੱਠ ਕੇ ਫੇਰ ਫਿਕਰ ਪੈ ਗਿਆ ਵੀ ਸਵੇਰ ਨੂੰ ਰੋਟੀ ਪਕਾਉਣੀ ਹੈ ਅਸਾਈਨਮੈਂਟ ਵੀ ਬਣਾਉਣੀ ਹੈ ਕਾਲਜ ਵੀ ਜਾਣਾ ਹੈ ਸੋ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਔਰ ਮੈਨੂੰ ਇਹ ਲੱਗਦਾ ਹੁੰਦਾ ਕਿ ਵੀ ਸਹੀ ਮਾਇਨਿਆਂ ਦੇ ਵਿੱਚ ਜਿਹੜੀ ਸਟਰਗਲ ਤੁਸੀਂ ਸਟੂਡੈਂਟ ਕਰ ਰਹੇ ਹੋ ਇੰਟਰਨੈਸ਼ਨਲ ਸਟੂਡੈਂਟ ਕਰ ਰਹੇ ਨੇ ਜਿਨ੍ਹਾਂ ਨੇ ਕਰਨੀ ਹੈ ਔਰ ਇਹ ਇੰਨੀ ਜ਼ਬਰਦਸਤ ਹੈ ਕਿ ਜੇ ਕੋਈ ਬੰਦਾ ਇੱਥੇ ਪੀਆਰ ਆਉਂਦਾ ਜਾਂ ਕੋਈ ਹੋਰ ਆਉਂਦਾ ਤਾਂ ਪੀਆਰ ਦੇ ਮੁਕਾਬਲੇ ਤੁਹਾਡੀ ਸਟਰਗਲ ਉਹ ਦੁੱਗਣੀ ਚੌਗਣੀ ਹੁੰਦੀ ਹੈ। ਸ਼ੋਭਤ ਜੀ ਮੈਂ ਤੁਹਾਨੂੰ ਪੁੱਛਣਾ ਚਾਹਣਾ 18 ਸਾਲ ਦੀ ਉਮਰ ਤੁਹਾਡੀ ਇਸ ਟਾਈਮ ਹੈਗੀ ਆ ਔਰ ਤੁਸੀਂ ਜਦੋਂ ਆਪਣੇ ਪੇਰੈਂਟਸ ਦੇ ਨਾਲ ਆਏ ਸੀ ਤਾਂ ਪੀਆਰ ਤੁਸੀਂ ਹੋ ਕੇ ਆਏ ਹਾਂਜੀ ਤੁਹਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨਾ ਨਹੀਂ ਪਿਆ ਮੈਨੂੰ ਪਤਾ ਪਰ ਜਦੋਂ ਹੁਣ ਤੁਸੀਂ ਇੱਕ ਸਟਰਗਲ ਕਿਉਂਕਿ ਅੱਜ ਕੱਲ ਇਹ ਵੀ ਹੈ ਕਿ ਜਦੋਂ ਆਪਾਂ ਕਹਿੰਦੇ ਨਾ ਵੀ ਉਹ ਗੱਡੇ ਨੂੰ ਦੇਖ ਕੇ ਪੈਰ ਭਾਰੀ ਹੋ ਜਾਂਦਾ ਤੁਹਾਨੂੰ ਇਸ ਤਰ੍ਹਾਂ ਦਾ ਨਹੀਂ ਹੋਇਆ ਕਿ ਵੀ ਪੇਰੈਂਟਸ ਕਮਾ ਰਹੇ ਯਾਰ ਬਸ ਐਸ਼ ਕਰੋ ਨਜ਼ਾਰੇ ਲਓ ਔਰ ਤੁਸੀਂ ਇੱਕ ਤਾਂ ਗੇਮ ਦੇ ਤੁਹਾਡੇ ਸ਼ੌਕ ਆ ਤੁਸੀਂ ਚੈਂਪੀਅਨਸ਼ਿਪ ਦੇ ਵਿੱਚ ਵੀ ਆ ਸਕੂਲ ਦੇ ਵਿੱਚ ਚੈਂਪੀਅਨ ਵੀ ਰਹੇ ਹੋ ਔਰ ਹੁਣ ਵੀ ਹੋ ਔਰ ਤਬਲਾ ਤੁਹਾਡਾ ਇੱਕ ਬਹੁਤ ਵੱਡਾ ਜਿਹੜਾ ਅਨਮੁੱਲਾ ਸ਼ੌਕ ਹੈ ਉਹ ਤੇ ਰਿਆਜ਼ ਵੀ ਕਰਦੇ ਹੋ ਇੱਕ ਕਿਸਮ ਦੀ ਆਪਣੇ ਆਪ ਦੇ ਵਿੱਚ ਸਟਰਗਲ ਹੈ ਤੁਸੀਂ ਨਹੀਂ ਕਿ ਸੋਚਿਆ ਕਿ ਯਾਰ ਛੱਡੋ ਪਰੇ ਲਗਜ਼ਰੀ ਲਾਈਫ ਜਿਉਂ 18 ਸਾਲ ਦੀ ਉਮਰ ਦੇ ਵਿੱਚ ਕੀ ਹੁੰਦਾ ਫਨ ਕਰੋ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਆ ਕੈਨੇਡੀਅਨ ਬੱਚਿਆਂ ਤੋਂ ਸੁਣਨ ਨੂੰ ਮਿਲਦੇ ਆ ਤੁਹਾਡੇ ਨਹੀਂ ਆਇਆ ਕਦੇ ਜ਼ਿਹਨ 'ਚ ਨਹੀਂ ਆਇਆ ਤਾਂ ਹੈ ਨਹੀਂ ਐਜ਼ ਅ ਜ਼ਹਿਨ ਕਦੇ ਕਿਉਂਕਿ ਮੈਂ ਹਮੇਸ਼ਾ ਹੀ ਮਤਲਬ ਆਪੇ ਹੀ ਬਿਲੀਵ ਕਰਦਾ ਸੀ ਕਿ ਹਾਰਡ ਵਰਕ ਲਾਈਕ ਸਾਰੇ ਕਹਿੰਦੇ ਆ ਪ੍ਰੈਕਟਿਸ ਮੇਕਸ ਪਰਫੈਕਟ ਬੇਸਿਕਲੀ ਤਾਂ ਉਹੀ ਮਤਲਬ ਮੇਰਾ ਉਹੀ ਮਤਲਬ ਡ੍ਰੀਮ ਸੀਗਾ ਸ਼ੁਰੂ ਤੋਂ ਹੀ ਕਿ ਮਤਲਬ ਮੈਂ ਆਪਣੇ ਵਾਸਤੇ ਕੁਝ ਕਰਾਂ ਤੇ ਫਿਊਚਰ 'ਚ ਜਾ ਕੇ ਆਪਣੇ ਵਾਸਤੇ ਕੁਝ ਅਚੀਵ ਕਰਕੇ ਯੂ نو ਲਾਈਕ ਬੜਾ ਨਾਮ ਕਮਾਉਣਾ ਪੇਰੈਂਟਸ ਦੇ ਲਈ ਕੁਝ ਨਾ ਕੁਝ ਪੇਰੈਂਟਸ ਵਾਸਤੇ ਮਤਲਬ ਪੇਰੈਂਟਸ ਦੇ ਬੋਝ ਨਹੀਂ ਬਣਨਾ ਪੇਰੈਂਟਸ ਦੀ ਹੈਲਪ ਕਰਨਾ ਹਾਂਜੀ ਮਤਲਬ ਇਸ ਤਰ੍ਹਾਂ ਦੇ ਜਿਹੜੇ ਤੁਹਾਡੇ ਖਿਆਲਾਤ ਹੈ ਸੋ ਤੁਹਾਡੇ ਪੇਰੈਂਟਸ ਨੇ ਕਦੇ ਵੀ ਵਿਗਨ ਨਹੀਂ ਪਾਇਆ ਕਿ ਯਾਰ ਕਿਹੜੇ ਤੂੰ ਕੰਮਾਂ 'ਚ ਫਸ ਗਿਆ ਤਬਲਾ ਵਜਾਉਣ ਬਹਿ ਗਿਆ ਤੁਹਾਡੇ ਘਰੇ ਕਿ ਸਵੇਰੇ ਰਿਆਜ਼ ਕਰਨ ਲੱਗ ਜਾਣਾ ਨਹੀਂ ਉਹ ਤਾਂ ਕੁਝ ਨਹੀਂ ਸੀ ਜਿਵੇਂ ਸ਼ਾਰੀ ਜੀ ਨੇ ਕਿਹਾ ਉਵੇਂ ਕਿ ਪੇਰੈਂਟਸ ਨੇ ਮੈਨੂੰ ਆਹੀ ਕਿਹਾ ਕਿ ਪ੍ਰਾਇੋਰਿਟੀ is education मतलब अब जो पढ़ना ਤੁਸੀਂ ਉਹਦੇ 'ਚ ਪਹਿਲਾਂ ਫੋਕਸ ਕਰੋ ਫਿਰ ਮਤਲਬ ਜਿਹੜੀ ਹੌਬੀਜ਼ ਹੈ ਜਿਵੇਂ ਮੈਂ ਸਪੋਰਟਸ ਖੇਡਦਾ ਹਾਂ ਮਿਊਜ਼ਿਕ ਵਜਾਉਂਦਾ ਹਾਂ ਉਹ ਫਿਰ ਮਤਲਬ ਸੈਕੰਡਰੀ ਹੈ ਬਟ ਲਾਈਕ ਮੈਂ ਮਤਲਬ ਸਿੱਖ ਗਿਆ ਹਾਂ ਅੱਜ ਤੱਕ ਕਿ ਮਤਲਬ ਬੈਲੈਂਸ ਕਰਨਾ ਸਾਰਾ ਕੁਝ ਐਜੂਕੇਸ਼ਨ ਐਂਡ ਮਿਊਜ਼ਿਕ ਐਵਰੀਥਿੰਗ ਸੋ ਹੈਰੀ ਜੀ ਜਦੋਂ ਤੁਸੀਂ ਕਲਾਮ ਲਿਖਦੇ ਹੋ ਕੱਲੀਆਂ ਰਚਨਾਵਾਂ ਫਿਰ ਇਸ ਤੋਂ ਇਲਾਵਾ ਕੋਈ ਕਵਿਤਾਵਾਂ ਜਾਂ ਹੋਰ ਕੋਈ ਵਾਰਕ ਵੱਲ ਵੀ ਤੁਹਾਡਾ ਹੱਥ ਚੱਲਦਾ ਹਾਂਜੀ ਕਵਿਤਾਵਾਂ ਵੀ ਲਿਖੀ ਦੀਆਂ ਪਰ ਉਹ ਵੀ ਇਦਾਂ ਹੀ ਪਤਾ ਸੂਫੀਆਨਾ ਟੱਚ ਹਾਂਜੀ ਤੇ ਜਿਹੜੀ ਕੋਈ ਵਾਰਤਕ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਕੋਈ ਜਿਵੇਂ ਕੋਈ ਆਰਟੀਕਲ ਹੋਏ ਲੇਖ ਹੋਏ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਕਦੇ ਹੱਥ ਅਜ਼ਮਾਈ ਕੀਤੀ ਹੈ
ਨਹੀਂ ਜੀ ਇਦਾਂ ਦੀਆਂ ਚੀਜ਼ਾਂ ਤਾਂ ਨਹੀਂ ਮੈਂ ਕੀਤਾ ਬਟ ਇਹ ਸੂਫੀ ਜੋ ਬਖਸ਼ੀ ਜਾਂਦੇ ਉਦੋਂ ਲਿਖੀ ਜਾਈਦਾ ਹੈ ਨਾ ਐਜ਼ ਅ ਜਿਵੇਂ ਕਹੀਦਾ ਨਾ ਕਿ ਐਜ਼ ਅ ਕਨੈਕਟਰ ਹੈ ਬਸ ਇਹ ਤਾਂ ਵੀ ਜੋ ਇਹ ਆਮਦ ਹੁੰਦੀ ਹੈ ਦੁਨੀਆ ਤੱਕ ਪਹੁੰਚਾਈਦੀ ਹੈ ਨਾ ਵਿੱਚੇ ਮੇਰਾ ਕੁਝ ਹੈਗਾ ਹੈ ਨਾ ਫਿਰ ਮਾਣ ਵੀ ਨਹੀਂ ਆਉਂਦਾ ਇਸ ਚੀਜ਼ ਨਾਲ ਕਿ ਤੁਹਾਡਾ ਕੰਮ ਦਾ ਸਿਰਫ ਇੱਕ ਮਾਈਕ ਵਾਲਾ ਬਿਲਕੁਲ ਪਰਮਾਤਮਾ ਬੋਲਦਾ ਤੇ ਅਸੀਂ ਸੁਣਾ ਰਹੇ ਹਾਂ ਬਿਲਕੁਲ ਬਹੁਤ ਅੱਛਾ ਔਰ ਹੁਣ ਜਿਹੜਾ ਆਪਾਂ ਸ਼ੈਰੀ ਜੀ ਤੋਂ ਉਹ ਇੱਕ ਮਾਈਕ ਵਾਲਾ ਕੰਮ ਸੁਣਨਾ ਹੈ ਉਹ ਕਿਹੜਾ ਸੁਣਾਉਣ ਜਾ ਰਹੇ ਹੋ ਉਹ ਹੈ ਜੀ ਇਹ ਜੋ ਗੀਤ ਹੁਣ ਮੈਂ ਆਪ ਸਭ ਦੀ ਨਜ਼ਰ ਕਰਨ ਜਾ ਰਿਹਾ ਇਹ ਐਕਚੁਅਲ ਚ 2-3 ਦਿਨ ਪਹਿਲਾਂ ਹੀ ਗੀਤ ਬਣਿਆ ਹੈ ਇਹ ਲਿਖ ਕੇ ਲੈ ਕੇ ਆਇਆ ਤਾਜ਼ਾ ਫਸਟ ਟਾਈਮ ਅਸੀਂ ਇੱਥੇ ਹੀ ਗਾ ਰਹੇ ਹਾਂ ਅੱਛਾ ਔਰ ਸਾਡੀ ਵੀ ਇਹ ਖੁਸ਼ਕਿਸਮਤੀ ਹੈ ਕਿ ਸਾਡੇ ਸਟੂਡੀਓ ਦੇ ਵਿੱਚ ਕੁਝ ਨਵੀਆਂ ਰਚਨਾਵਾਂ ਔਰ ਇੱਕ ਪੋਜ਼ਿਟਿਵ এনवायरमेंट ਹੈ ਜਿਹੜਾ ਬਣਿਆ ਹੋਇਆ ਔਰ ਦਰਸ਼ਕਾਂ ਤੱਕ ਵੀ ਉਸ ਦੀ ਪਹੁੰਚ ਹੋ ਰਹੀ ਹੈ ਬਿਲਕੁਲ ਜੀ ਬਿਲਕੁਲ ਨਾਲ ਦੀ ਨਾਲ ਗੱਲਾਂ ਵੀ ਚੱਲਦੀਆਂ ਰਹਿਣ ਆਪਣੀਆਂ ਔਰ ਇੱਕ ਨਾ ਬ੍ਰੇਕ ਦਾ ਸਮਾਂ ਹੋ ਚੱਲਿਆ ਆਪਾਂ ਬ੍ਰੇਕ ਲੈ ਲਈਏ ਬ੍ਰੇਕ ਤੋਂ ਬਾਅਦ ਆਪਾਂ ਫਿਰ ਜਲਦੀ ਪਰਤਦੇ ਹਾਂ ਔਰ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਗੀਤ ਕਲਾਮ ਤੁਹਾਡੇ ਤੋਂ ਸੁਣਾਂਗੇ ਛੋਟੀ ਜੀ ਬ੍ਰੇਕ ਤੋਂ ਬਾਅਦ ਹਾਜ਼ਰ ਹੁੰਨੇ ਆ ਸੋ ਦਰਸ਼ਕ ਕਿਤੇ ਜਾਇਆ ਨਾ ਰਹੋਗੇ ਆਉਣੇ ਆ ਛੋਟੀ ਜੀ ਬ੍ਰੇਕ ਤੋਂ ਬਾਅਦ ਜਲਦੀ ਆ ਕੇ ਹੈਰੀ ਸ਼ੈਰੀ ਹੋਰਾਂ ਦੇ ਕਲਾਮ ਸੁਣਦੇ ਆ ਔਰ ਉਹਨਾਂ ਦਾ ਆਨੰਦ ਮਾਣਦੇ ਆ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਨੇ इंडियन कज़ीन ਦਾ ਸਵਾਦ ਹੁਣ ਕੈਨੇਡਾ 'ਚ ਜੀ ਹਾਂ ਇੰਡੀਅਨ ਕਜ਼ੀਨ ਦਾ ਸਵਾਦ ਮਿਲੇਗਾ ਵਿਨੀਪੈਗ ਮੈਨੀਟੋਬਾ ਦੇ ਸਿਰਫ ਤੇ ਸਿਰਫ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ ਦੇ ਵਿੱਚ ਉਹ ਵੀ ਕਿਸੇ ਇੱਕ ਜਗ੍ਹਾ ਨਹੀਂ ਬਲਕਿ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ ਸਰਵਸ ਯੂ ਔਨ 3 ਲੋਕੇਸ਼ਨਸ For memorable food and exceptional value, you can contact us at. You can also mail us at. ਬ੍ਰੇਕ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਔਰ ਪ੍ਰੋਗਰਾਮ ਦਾ ਨਾਮ ਹੈ ਜੋ ਪੇਸ਼ ਕਰ ਰਹੇ ਹਾਂ ਵਿਜ਼ਨ ਪ੍ਰਾਈਮ ਟਾਈਮ ਸ਼ੋ ਔਰ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਨੇ ਆ ਔਰ ਇਸ ਪ੍ਰੋਗਰਾਮ ਦਾ ਜੋ ਸਮਾਂ ਹੁੰਦਾ ਉਹ 7 ਤੋਂ 8 ਹੋਇਆ ਕਰਦਾ ਹੈ
ਜ਼ਰੂਰ ਪ੍ਰੋਗਰਾਮ ਦੇਖਿਆ ਕਰੋ ਔਰ ਆਪਣੀ ਫੀਡਬੈਕ ਦੇਣਾ ਨਾ ਭੁੱਲਿਆ ਕਰੋ। 905 790 9099 ਸਟੂਡੀਓ ਦਾ ਨੰਬਰ ਹੁੰਦਾ ਹੈ। ਪ੍ਰੋਗਰਾਮ ਦੇ ਦੌਰਾਨ, ਪ੍ਰੋਗਰਾਮ ਤੋਂ ਬਾਅਦ ਤੁਸੀਂ ਇਸ ਨੰਬਰ ਦੇ ਉੱਪਰ ਕਾਲ ਕਰਕੇ ਸਾਨੂੰ ਸੁਝਾਅ, ਸਵਾਲ ਕੁਝ ਪੁੱਛਣਾ ਚਾਹੁੰਦੇ ਜਾਂ ਸਾਡੇ ਆਪਣੇ ਗੈਸਟ ਜਿਹੜੇ ਆਉਂਦੇ ਨੇ ਉਹਨਾਂ ਦਾ ਕੋਈ ਵੇਰਵਾ ਲੈਣਾ ਚਾਹੁੰਦੇ ਆ, ਸੰਪਰਕ ਨੰਬਰ ਲੈਣਾ ਚਾਹੁੰਦੇ ਆ, ਤਾਂ ਵੀ ਇਸ ਨੰਬਰ ਤੇ ਤੁਸੀਂ ਕਾਲ ਕਰਨੀ ਹੈ। 905 790 9099 ਸਟੂਡੀਓ ਦਾ ਨੰਬਰ ਹੈ। ਔਰ ਅੱਜ ਤੁਸੀਂ ਦੇਖ ਰਹੇ ਹੋ ਕਿ ਨਾਲ ਸਾਡੇ ਸੁਸ਼ੋਭਿਤ ਹੋਏ ਨੇ ਹੈਰੀ ਸ਼ੈਰੀ ਜੀ, ਦੋਨੇ ਬ੍ਰਦਰ ਹੈ, ਫਿਰ ਨਾਲ ਤਬਲੇ ਦੇ ਸਾਥ ਇਹਨਾਂ ਦੇ ਦੇ ਰਹੇ ਨੇ ਸ਼ੋਭਿਤ ਜੀ। ਔਰ ਮੈਂ ਮਾਣ ਮਹਿਸੂਸ ਕਰ ਰਿਹਾ ਇਸ ਚੀਜ਼ ਦਾ ਕਿ ਇੰਟਰਨੈਸ਼ਨਲ ਸਟੂਡੈਂਟਸ ਅੱਜ ਸਾਡੇ ਵਿਹੜੇ ਦੇ ਵਿੱਚ ਆਏ ਆ ਔਰ ਅਜਿਹੀਆਂ ਰੂਹਾਂ ਜੋ ਕਿ ਚੱਕਮਾ ਮਿਊਜ਼ਿਕ, ਜਿਹੜਾ ਸ਼ੋਰ ਸ਼ਰਾਬੇ ਵਾਲੇ ਮਿਊਜ਼ਿਕ ਤੋਂ ਰਹਿਤ ਸੂਫੀਆਨਾ ਕਲਾਮ ਦੇ ਵਿੱਚ ਵਿਸ਼ਵਾਸ ਰੱਖਦੇ ਆ। ਸੂਫੀਆਨਾ ਕਲਾਮ ਦਾ ਜਿਹੜਾ ਇਹਨਾਂ ਨੂੰ ਇੱਕ ਸ਼ੌਕ ਜਾਗਿਆ ਹੋਇਆ, ਉਸ ਸ਼ੌਕ ਦੇ ਤਹਿਤ ਇਹਨਾਂ ਦੀਆਂ ਰਚਨਾਵਾਂ ਜਿਹੜੀਆਂ ਕਿ ਕਹਿੰਦੇ ਨੇ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਆਮਦ ਹੁੰਦੀ ਹੈ, ਵਿਜ਼ਨ ਆਉਂਦਾ ਕਿ ਵੀ ਆਹ ਲਿਖੋ ਤੇ ਅਸੀਂ ਉਹੀ ਗਾਉਂਦੇ ਜਾਂਦੇ ਹਾਂ। ਸੋ ਆਓ ਦੇਰੀ ਨਾ ਕਰਦੇ ਹੋਏ ਹੋਰ ਸੁਣਦੇ ਇਹਨਾਂ ਦੀਆਂ ਗੱਲਾਂ ਬਾਤਾਂ ਤੇ ਹੋਰ ਇਸ ਤਰ੍ਹਾਂ ਦੇ ਕਲਾਮ, ਤੇ ਆਓ ਆਨੰਦ ਮਾਣੀਏ। ਸੋ ਤੁਹਾਡਾ ਵੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਸ਼ੁਕਰੀਆ ਜੀ। ਸ਼ੁਕਰੀਆ ਜੀ। ਸੋ ਸ਼ੈਰੀ ਜੀ, ਇਸ ਤੋਂ ਪਹਿਲਾਂ ਕਿ ਆਪਾਂ ਹੋਰ ਕਲਾਮਾਂ ਦਰਸ਼ਕਾਂ ਦੀ ਨਜ਼ਰ ਕਰੀਏ ਔਰ ਮੈਂ ਵੀ ਚਾਹਣਾ ਕਿ ਦਰਸ਼ਕਾਂ ਨੂੰ ਨਿਹਾਲ ਕਰੀਏ ਔਰ ਉਹ ਪਤਾ ਲੱਗੇ ਕਿ ਜਿਹੜੀ ਸਾਫ਼ ਸੁਥਰੀ ਗਾਇਕੀ ਅਸਲ ਦੇ ਵਿੱਚ ਇੱਕ ਸੂਫੀ ਕਲਾਮ ਹੁੰਦੇ ਨੇ ਜਿਹੜੇ ਉਹ ਅਸਲ ਵਿੱਚ ਸਮਝ ਆਉਣੀ ਚਾਹੀਦੀ ਹੈ। ਔਰ ਤੁਹਾਡੇ ਤੋਂ ਬਹੁਤ ਸਾਰੇ ਜਿਹੜੇ ਇੱਥੋਂ ਦੇ ਬੱਚੇ ਆ ਇੰਸਪਾਇਰ ਹੋਣਗੇ ਕਿ ਵੀ ਇਹ ਵੀ ਗਾਇਕੀ ਹੁੰਦੀ ਹੈ। ਜ਼ਰੂਰੀ ਨਹੀਂ ਹੈ ਕਿ ਉਹ ਚੱਕ ਲੋ ਧਰ ਲੋ ਵਾਲੀ ਗਾਇਕੀ ਹੀ ਸਾਰੀ ਸੋ ਤੁਹਾਡਾ ਲਿਖਣਾ ਔਰ ਇੰਨੀ ਛੋਟੀ ਉਮਰ ਦੇ ਵਿੱਚ ਲਿਖਣਾ ਔਰ ਇੰਨੀ ਛੋਟੀ ਉਮਰ ਦੇ ਵਿੱਚ ਗਾਉਣਾ ਔਰ ਬਾ ਕਮਾਲ ਤੁਹਾਡੀ ਜਿਹੜੀ ਪਕੜ ਆ ਮਿਊਜ਼ਿਕ ਦੇ ਉੱਪਰ, ਰਾਗਬੰਦੀ ਦੇ ਉੱਪਰ, ਉਵੇਂ ਉਸੇ ਤਰੀਕੇ ਨਾਲ ਸ਼ੋਭਿਤ ਜੀ ਦੀ ਗੱਲ ਕਰੀਏ ਤਾਂ ਸ਼ੋਭਿਤ ਜੀ ਨੇ ਤਬਲੇ ਦੇ ਉੱਪਰ ਤਾਲਾਂ ਨੂੰ ਇੰਨੀ ਪਕੜ ਮਜ਼ਬੂਤ ਕੀਤੀ ਹੋਈ ਔਰ ਇੰਨੀ ਜ਼ਿਆਦਾ ਬਿਜ਼ੀ ਲਾਈਫ ਦੇ ਵਿੱਚ ਇਹਨਾਂ ਨੇ ਜਿਵੇਂ ਆਪਣਾ ਰਿਆਜ਼ ਜਾਰੀ ਰੱਖਿਆ ਹੋਇਆ ਔਰ ਤੁਹਾਨੂੰ ਤਿੰਨਾਂ ਨੂੰ ਜਿਹੜੀ ਦਾਦ ਦੇਣੀ ਬਣਦੀ ਹੈ। ਮੈਂ ਚਾਹਣਾ ਕਿ ਇੱਕ ਦਾ ਸ਼ੇਅਰ ਤੁਸੀਂ ਸੁਣਾਓ, ਨਾਲ ਦੀ ਨਾਲ ਤੁਹਾਡਾ ਕਲਾਮ ਵੀ ਅਸੀਂ ਸੁਣਦੇ। ਬਿਲਕੁਲ ਠੀਕ ਹੈ। तो एक गीत के नाल रलदा मिलदा एक शेर आप जी दे मद्देनजर रखना जी। सब जवाब मिले तो पता चला कोई आप सा लाजवाब ना होगा। बहुत अच्छा। सब जवाब मिले तो पता चला कोई आप सा लाजवाब ना होगा। आप देख ले मुस्कुराकर जिसे, इससे बड़ा और कोई खिताब क्या होगा। क्या बात है। आप देख ले मुस्कुराकर जिसे, इससे बड़ा और कोई खिताब क्या होगा। तू करता आया है सदा रखना करके हम पे पर्दे हैरी। तू करता आया है सदा रखना हम पे करके पर्दे हैरी। तुम जिसे छिपा लो वो बशर बेनकाब क्या होगा। तुम जिसे छिपा लो वो बशर बेनकाब। क्या बात है, बहुत अच्छा जी। इरशाद। बच्चे हैं असी नादान ते ना समझे, बस पाई रखी तू पर्दे। बच्चे हैं असी नादान ते ना समझे, बस पाई रखी तू पर्दे। बस पाई रखी तू पर्दे, बस पाई रखी तू पर्दे। विच मेरे कोई ऐब कसूर ने, कसूर ने, कसूर ने। अपना के रखी न तरी दूर, कसूर ने अपना के रखना करूं दूर। सैनियों होने पर गुजर गए, बस पाई रखी तू पर्दे। बस पाई रखी तू पर्दे। रखी टक करी बेनकाब ना, बेनकाब ना, बेनकाब ना। हर पल संग तुयो सांभना, तुयो सांभना, सांभना। रखी टक करी बेनकाब ना, हर पल संग तुयो सांभना। हैरी ए सादी अर्ज़ है, बस पाई रखी तू पर्दे।
ਕਰਦੇ। ਬਹੁਤ ਅੱਛਾ, ਔਰ ਬੜਾ ਅੱਛਾ ਖਿਆਲ ਹੈ ਕਿ ਵੀ ਅਸੀਂ ਸਾਰੇ ਗੁਨਾਹਗਾਰ ਹੁੰਦੇ ਆ, ਔਰ ਕਹਿੰਦੇ ਨਾ ਵੀ ਆਦਮੀ ਜਿਹੜਾ ਇਨਸਾਨ ਆ ਗਲਤੀਆਂ ਦਾ ਪੁਤਲਾ ਹੁੰਦਾ, ਪਰ ਕਈਆਂ ਦੀਆਂ ਗਲਤੀਆਂ ਛਿਪ ਜਾਂਦੀਆਂ ਤੇ ਕਈਆਂ ਦੀਆਂ ਛਪ ਜਾਂਦੀਆਂ। ਇਹ ਚੀਜ਼ ਜਿਹੜੀ ਆ ਵੀ ਪ੍ਰਮਾਤਮਾ ਦੇ ਚਰਨਾਂ 'ਚ ਜੇ ਕਹਿ ਲਓ ਕਿ ਵੀ ਅੱਲਾਹ ਤਾਲਾ ਦੇ ਚਰਨਾਂ 'ਚ ਅਰਦਾਸ ਕੀਤੀ ਜਾਵੇ ਕਿ ਵੀ ਅਸੀਂ ਹੈ ਸਾਰੇ ਭੁੱਲਣਹਾਰ ਹਾਂ ਔਰ ਗਲਤੀਆਂ ਦੇ ਪੁਤਲੇ ਆ, ਪਰ ਸਾਡੀਆਂ ਜਿਹੜੀਆਂ ਨਾ ਉਹ ਛਪਾਉਂਦਾ ਹੀ ਰੱਖੀ, ਪਰਦੇ ਪਾਈ ਰੱਖੀ। ਔਰ ਨਾਲ ਦੀ ਨਾਲ ਸਾਨੂੰ ਇੱਕ ਕਲਾ ਤੇ ਇਹ ਚੀਜ਼ ਜਿਹੜੀ ਜ਼ਰੂਰ ਬਖਸ਼ੀ ਕਿ ਵੀ ਅਸੀਂ ਅੱਗੇ ਤੋਂ ਜਿਹੜੀਆਂ ਇਹ ਗਲਤੀਆਂ ਨੇ ਉਹ ਨਾ ਕਰੀਏ, ਪਰ ਸਮਤ ਬੁੱਧੀ ਜਿਹੜੀ ਆ ਉਹ ਵਿਵੇਕ ਬੁੱਧੀ ਸਾਨੂੰ ਮਿਲਦੀ ਹੈ। ਬਿਲਕੁਲ ਸਹੀ। ਸੋ ਜਿਹੜੀ ਅੱਗੇ ਮੈਂ ਤੁਹਾਨੂੰ ਸਵਾਲ ਕਰਨਾ ਚਾਹਣਾ ਕਿ ਜਿਹੜਾ ਫੈਸਟੀਵਲਸ ਦੇ ਵਿੱਚ ਜਾਂ ਤੁਸੀਂ ਦੱਸਿਆ ਕਿ ਵੀ ਤੁਹਾਡੇ +2 ਤੋਂ ਬਾਅਦ ਤੁਸੀਂ ਇੱਥੇ ਆ ਗਏ, ਸਕੂਲ ਲੈਵਲ ਤੇ ਜਦੋਂ ਤੁਸੀਂ ਸਭ ਤੋਂ ਪਹਿਲੀ ਰਚਨਾ ਕਦੇ ਲਿਖੀ ਹੋਣੀ ਹੈ, ਮਤਲਬ ਮੈਂ ਬੱਚੇ ਲੈਵਲ ਜਦੋਂ ਤੁਸੀਂ ਸਭ ਤੋਂ ਛੋਟੇ ਜਦੋਂ ਕੋਈ ਇਸ ਤਰ੍ਹਾਂ ਦੀ ਚੀਜ਼ ਜਾਂ ਆਪਣਾ ਕੋਈ ਤਜਰਬਾ ਜਾਂ ਐਕਸਪੀਰੀਅੰਸ ਸ਼ੇਅਰ ਕਰੋ ਜਦੋਂ ਤੁਹਾਡੇ ਪਹਿਲੇ ਜ਼ਿਹਨ 'ਚ ਕੋਈ ਇਸ ਤਰ੍ਹਾਂ ਦੀ ਕਵਿਤਾ ਜਾਂ ਲਾਈਨਾਂ ਉਤਰੀਆਂ ਹੋਣ ਤਾਂ ਤੁਹਾਨੂੰ ਲੱਗਿਆ ਹੋਵੇ ਵੀ ਇਹ ਤਾਂ ਬੜੀ ਕਮਾਲ ਦੀ ਚੀਜ਼ ਆ ਗਈ। ਹਾਂਜੀ ਬਿਲਕੁਲ। ਦੇਖੋ ਮੈਂ ਛੋਟਾ ਜਿਹਾ ਸੀ, ਕੋਈ 13 ਕੁ ਸਾਲ ਤਕਰੀਬਨ ਉਮਰ ਹੁਣ ਜਦ ਲਿਖਣਾ ਇਸਨੇ ਦਾਤ ਬਖਸ਼ੀ ਹੈ ਨਾ, ਭਾਵ ਇਹੀ ਸੀਗਾ ਕਿ ਆਪਣੇ ਪੀਰੋ ਮੁਰਸ਼ਿਦ ਨੂੰ ਗਾ ਕੇ ਜਾਂ ਲਿਖ ਕੇ, ਸੂਫੀ ਪਸੰਦ ਸੀ ਤਾਂ ਉਹਨਾਂ ਨੂੰ ਖੁਸ਼ ਕਰਨਾ ਹੈ ਨਾ, ਤਾਂ ਫਿਰ ਇਹੀ ਖਿਆਲ ਉਤਰੇ। ਜਿਸ ਪ੍ਰਕਾਰ ਮੇਰੇ ਜਿਹੜੀ ਸਭ ਤੋਂ ਦਿਲ ਦੇ ਕਰੀਬੀ ਇੱਕ ਰਚਨਾ ਹੁੰਦੀ ਨਾ ਹੈ ਨਾ, ਕਈ ਵਾਰੀ ਕੀ ਹੁੰਦਾ ਕਿ ਮੈਂ ਰਚਨਾ ਪੜ੍ਹ ਕੇ ਆਪ ਹੀ ਵਾਹ ਕਰ ਦਿੰਦਾ ਹੈ ਨਾ, ਤਾਂ ਕਈ ਨਾਲ ਦੇ ਕਹਿੰਦੇ ਕਿ ਤੂੰ ਆਪਣੀਆਂ ਰਚਨਾ ਤੇ ਹੀ ਵਾਹ ਕਰੀ ਜਾ ਰਿਹਾ, ਤੇ ਮੈਂ ਉਹਨਾਂ ਨੂੰ ਕਹਿੰਦਾ ਕਿ ਇਹ ਮੇਰੀਆਂ ਰਚਨਾਵਾਂ ਨਹੀਂ ਹੈ, ਇਹ ਤਾਂ ਮੈਂ ਖੁਸ਼ ਹੋ ਰਿਹਾ ਕਿ ਵਾਹ ਸੱਚੇ ਪਾਤਸ਼ਾਹ ਤੂੰ ਕਿਤਨੀ ਸੋਹਣੀ ਰਚਨਾ ਬਖਸ਼ੀ ਹੈ ਨਾ, ਉਹਦੀ ਵਾਹ ਤਾਂ ਇੱਕ ਮਾਧਿਅਮ ਮੈਨੂੰ ਚੁਣਿਆ, ਇਸ ਲਈ ਵੀ ਸ਼ੁਕਰਗੁਜ਼ਾਰ ਹੈ ਨਾ। ਤੇ ਇੱਕ ਕਵਿਤਾ ਥੋੜੀ ਦੇਰ ਪਹਿਲਾਂ ਹੀ ਥੋੜੇ ਦਿਨ ਪਹਿਲਾਂ ਲਿਖੀ ਸੀ ਜੀ कि मुरीद हाँ तेरा तेरी रहम दा तलबगार हाँ। बहुत अच्छा। मुरीद हाँ तेरा तेरी रहमत दा तलबगार हाँ, मैं आशिक हाँ इश्क हाँ मंगदा बारंबार हाँ। बहुत अच्छे, बहुत आशिक हाँ इश्क हाँ मंगदा बारंबार हाँ, ते कुल कायनात दा मालिक जेड़ा खड़ा है ओहियो पक्ष विच मेरे। क्या बात। कुल कायनात दा मालिक जेड़ा खड़ा है ओहियो पक्ष विच मेरे, हासा आउंदा उन्हां ते। रमन जी गौर फरमाना कि कुल कायनात दा मालिक जेड़ा खड़ा है ओहियो पक्ष विच मेरे, हासा आउंदा उन्हां ते जो समझन मैं लाचार हां। हासा आउंदा उन्हां ते जो समझन मैं लाचार हां। ते जिथे गल शुरू होई सी कि आपे ही किसी भी घट विच बह के अपनी सिफत आपे लिखवावे। क्या बात। आपे ही किसी भी घट विच बह के अपनी सिफत आपे लिखवावे, ते चुनिया जो हैरी दे घट नूं इसलिए भी शुक्रगुजार हां। चुनिया जो हैरी दे घट नूं इसलिए भी शुक्रगुजार हां। मैं मुरीद हां तेरा तेरी रहम दा तलबगार हां। कोई शब्द नहीं मेरे कोल कि मैं ਜਿਹੜੀਆਂ ਤੁਹਾਡੇ ਜ਼ੁਬਾਨ ਦੇ ਵਿੱਚ ਸ਼ਬਦਾਵਲੀ ਸੁਣ ਰਿਹਾ ਨਾ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜੀ ਤੁਸੀਂ ਕਹਿ ਰਹੇ ਹੋ +2 ਤੋਂ ਬਾਅਦ ਮੈਂ ਕੈਨੇਡਾ ਦੇ ਵਿੱਚ ਆਇਆ ਸਟੂਡੈਂਟ ਵੀਜ਼ਾ ਲੈ ਕੇ, ਤਾਂ ਜਿਹੜੀਆਂ ਤੁਹਾਡੀ ਰਚਨਾ ਦੇ ਵਿੱਚ ਇੱਕ ਮੈਚੁਰਿਟੀ ਹੈ, ਜਿਹੜੀ ਉਹ ਸ਼ਬਦਾਵਲੀ ਹੈ, ਔਰ ਇੰਨੇ ਜ਼ਬਰਦਸਤ ਸ਼ਬਦ ਵੀ ਜਿਸ ਤਰ੍ਹਾਂ ਕਿ ਮਨ ਕੇ ਪਰੋਏ ਹੁੰਦੇ ਆ, ਉਹ ਨਜ਼ਰ ਆ ਰਿਹਾ। ਔਰ ਇਸੇ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਵੀ ਇੰਨੀ ਛੋਟੀ ਉਮਰ ਦੇ ਵਿੱਚ ਜਿਵੇਂ ਕਿਸੇ 60-65 ਸਾਲ ਦੇ ਤਜਰਬੇਕਾਰ ਰਚਨਾਕਾਰ ਨੇ ਕੋਈ ਇਦਾਂ ਦੀਆਂ ਕਵਿਤਾਵਾਂ ਰਚਨਾਵਾਂ ਲਿਖੀਆਂ ਹਨ, ਉਹ ਝਲਕ ਪੈ ਰਹੀ ਆ। ਔਰ ਬੜੀ ਕਮਾਲ ਦੀ ਜਿਹੜੀਆਂ ਰਚਨਾਵਾਂ ਤੁਹਾਨੂੰ ਪਰਮਾਤਮਾ ਕਰੇ ਇਸ ਤਰ੍ਹਾਂ ਦੀ ਆਮਦ ਹੁੰਦੀ ਰਹੇ, ਔਰ ਤੁਸੀਂ ਜਿੱਥੇ ਰਾਤ ਨੂੰ ਸੁਪਨੇ ਲੈਣੇ, ਮੈਂ ਕਹਿੰਦਾ ਦਿਨੇ ਵੀ ਹੁਣ ਤੁਹਾਨੂੰ ਆਇਆ ਕਰਨ, ਤਾਂ ਕਿ ਜਿਹੜਾ ਸ਼ੋਰ ਸ਼ਰਾਬੇ ਵਾਲਾ ਮਿਊਜ਼ਿਕ ਹੈ, ਮੈਂ ਨਹੀਂ ਕਹਿੰਦਾ ਕਿ ਮਾੜਾ ਜਾਂ ਚੰਗਾ, ਇਹ ਅਸੀਂ ਕੋਈ ਕਮੈਂਟ ਨਹੀਂ ਕਰਦੇ, ਲੇਕਿਨ ਮੈਂ ਕਹਿੰਦਾ ਕਿ ਵੀ ਜਿਹੜਾ ਸ਼ੋਰ ਸ਼ਰਾਬੇ ਦੇ ਮਿਊਜ਼ਿਕ ਤੋਂ, ਕਿਉਂਕਿ ਮਿਊਜ਼ਿਕ ਦਾ ਕੰਮ ਇਹ ਹੁੰਦਾ ਕਿ ਰੂਹ ਨੂੰ ਸਕੂਨ ਦੇਣਾ, ਮਨ ਨੂੰ ਸਕੂਨ ਦੇਣਾ, ਸ਼ਾਂਤੀ ਦੇਣਾ। ਇਹ ਕੰਮ ਨਹੀਂ ਹੁੰਦਾ ਮਿਊਜ਼ਿਕ ਦਾ ਕਿ ਮਿਊਜ਼ਿਕ ਸੁਣ ਕੇ ਤੁਹਾਡੇ ਵਰਗੇ ਇੰਟਰਨੈਸ਼ਨਲ ਸਟੂਡੈਂਟਸ ਆ ਜਿਹੜੇ ਹਥਿਆਰ ਚੱਕ ਲੈਣ ਤੇ ਜਾਂ ਨਸ਼ੇ ਚੱਕ ਲੈਣ, ਜਾਂ ਅੱਜ ਕੱਲ ਜਿਹੜੀਆਂ ਕਾਰਾਂ ਚੋਰੀ ਹੋ ਰਹੀਆਂ, ਜਾਂ ਹੋਰ ਬਹੁਤ ਸਾਰੀ ਜਿਹੜੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਕਿ ਇੰਟਰਨੈਸ਼ਨਲ ਸਟੂਡੈਂਟ ਨੇ ਆਹ ਕਰਤਾ, ਇੰਟਰਨੈਸ਼ਨਲ ਸਟੂਡੈਂਟ ਨੇ ਉਹ ਕਰਤਾ। ਮੈਂ ਕਹਿੰਦਾ ਵੀ ਤੁਹਾਡੇ ਵਰਗੇ ਰੂਹਾਂ, ਤੁਹਾਡੇ ਵਰਗੇ ਲੋਕ ਇਹਨਾਂ ਇੰਟਰਨੈਸ਼ਨਲ ਸਟੂਡੈਂਟਸ ਦਾ ਜਿਹੜਾ ਅੱਜ ਕੱਲ ਨਾਮ ਬਦਨਾਮ ਹੋ ਰਿਹਾ, ਉਹਨਾਂ ਨੂੰ ਤੁਸੀਂ ਧੋ ਸਕਦੇ ਆ। ਔਰ ਪ੍ਰਮਾਤਮਾ ਕਰੇ ਕਿ ਤੁਹਾਨੂੰ ਇਸ ਕਲਾ ਤੇ ਗਲਾ ਦੇ ਵਿੱਚ ਪ੍ਰਮਾਤਮਾ ਹੋਰ ਵੀ ਤਰੱਕੀ ਬਖਸ਼ੇ। ਹੁਣ ਕਿਹੜੀ ਚੀਜ਼ ਜਿਹੜੀ ਨਵੀਂ ਕੋਈ ਸੁਣਾਉਣ ਜਾ ਰਹੀ ਜੀ? ਹੁਣ ਆਪਾਂ ਥੋੜਾ ਜਿਹਾ ਫਾਸਟ ਬੀਟ ਮਿਊਜ਼ੀਕਲ ਵੱਲ ਚੱਲਦੇ ਹਾਂ ਨਾ, ਉਹ ਵੀ ਸੂਫੀਆ। ਮਾਫ ਕਰਨਾ, ਮੈਂ ਤੁਹਾਨੂੰ ਕਹਿ ਦਵਾਂ, ਇਹ ਨਾ ਹੋਵੇ ਕਿ ਤੁਸੀਂ ਹੁਣ ਜਿਵੇਂ ਕਹਿੰਦੇ ਵੀ ਇੱਕ ਗ੍ਰਾਫ ਉੱਪਰ ਨੂੰ ਜਾ ਰਿਹਾ, ਕੋਈ ਚੱਕ ਲੋ ਧਰਲ ਵਾਲਾ ਨਾ ਸੁਣਾਇਓ। ਚਾਹਣਾ ਕਿ ਵੀ ਜੋ ਇੱਕ ਰਵਾਨਗੀ ਚੱਲ ਰਹੀ ਹੈ ਸੂਫੀ ਕਲਾਮ ਦੀ, ਉਹ ਉਸੇ ਦੇ ਵਿੱਚ, ਉਸ ਮਰਿਆਦਾ ਦੇ ਵਿੱਚ ਰਹਿ ਕੇ ਅਸੀਂ ਮਤਲਬ ਇਸ ਤਰ੍ਹਾਂ ਦਾ ਸੁਣਾਓ, ਇਸ ਤਰ੍ਹਾਂ ਦਾ ਗਾਓ। ਫਿਊਚਰ ਦੇ ਵਿੱਚ ਵੀ ਜ਼ਰੂਰੀ ਨਹੀਂ ਕਿ ਅੱਜ ਹੀ, ਫਿਊਚਰ ਦੇ ਵਿੱਚ ਵੀ, ਕਿ ਤੁਹਾਡੀ ਜਿਹੜੀ ਉਹ ਇੱਕ ਆਪਾਂ ਉਦਾਹਰਨ ਸੁਣਦੇ ਹੁੰਦੇ ਆ
ਕਿਉਂਕਿ ਜੰਗਲ ਦੇ ਵਿੱਚ ਅੱਗ ਲੱਗ ਗਈ ਤੇ ਚਿੜੀ ਚੁੰਝ ਭਰ ਭਰ ਕੇ ਪਾਣੀ ਛੱਡਦੀ ਸੀ, ਤਾਂ ਉਹ ਕਹਿੰਦੇ ਵੀ ਦੂਜੇ ਕਹਿੰਦੇ ਵੀ ਉਹ ਜਾਨਵਰ ਕਹਿੰਦੇ ਵੀ ਤੇਰੇ ਚੁੰਝ ਭਰਨ ਦੇ ਨਾਲ ਪਾਣੀ ਅੱਗ ਕਿੱਥੇ ਬੁਝਣੀ ਆ। ਉਹ ਕਹਿੰਦੇ ਵੀ ਜਦੋਂ ਇਤਿਹਾਸ ਲਿਖਿਆ ਜਾਊਗਾ ਨਾ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਚ ਵਿੱਚ ਆਉਣਾ ਹੈ, ਅੱਗ ਲਾਉਣ ਵਾਲਿਆਂ ਚ ਨਹੀਂ ਆਉਣਾ, ਚਾਹੇ ਮੇਰੀ ਚੁੰਝ ਦੀ ਪਾਣੀ ਨਾਲ ਅੱਗ ਬੁਝੇ ਚਾਹੇ ਨਾ ਬੁਝੇ। ਮੈਂ ਉਹੀ ਕਹਿੰਦਾ ਵੀ ਸਟੂਡੀਓ ਦੇ ਵਿੱਚ ਅੱਜ ਆ ਕੇ ਦਰਸ਼ਕਾਂ ਦੇ ਸਾਹਮਣੇ ਜ਼ਰੂਰੀ ਨਹੀਂ ਵੀ ਅੱਜ ਹੀ ਸੂਫੀ ਗਾਉਣੇ ਆ, ਫਿਊਚਰ ਦੇ ਵਿੱਚ ਵੀ ਅੱਜ ਵਾਅਦਾ ਕਰਕੇ ਜਾਓ ਕਿ ਜਦੋਂ ਵੀ ਤੁਸੀਂ ਗਾਓ ਤੇ ਲਿਖੋ ਔਰ ਸਾਫ਼ ਸੁਥਰਾ ਲਿਖੋ, ਸਾਫ਼ ਸੁਥਰਾ ਗਾਓ, ਤਾਂ ਕਿ ਆਉਣ ਵਾਲੀ ਜਿਹੜੀ ਜਨਰੇਸ਼ਨ ਨੂੰ ਮਾਣ ਮਹਿਸੂਸ ਹੋਵੇ ਇਸ ਤਰ੍ਹਾਂ ਦੇ ਵੀ ਬੱਚੇ ਹੁੰਦੇ ਨੇ। ਬਿਲਕੁਲ ਸਹੀ ਹੈ ਜੀ। ਜਿੱਦਾਂ ਆਪ ਜੀ ਨੇ ਕਿਹਾ ਕਿ ਜੋ ਸਟੂਡੈਂਟ ਨੇ ਅੱਜ ਕੱਲ੍ਹ ਦੇ ਉਹ ਮਤਲਬ ਵੀ ਥੋੜੀ ਜਿਹੀ ਗਲਤ ਸੰਗਤ ਵਿੱਚ ਪੈ ਰਹੇ ਨੇ ਹਨਾ, ਤਾਂ ਜੋ ਅਸੀਂ ਦੋਨੋਂ ਭਰਾ ਵੀ ਕਾਲਜ ਜਾਂਦੇ ਹਾਂ, ਤਾਂ ਸਾਡਾ ਜੋ ਕਾਲਜ ਵਿੱਚ ਸਰਕਲ ਅਸੀਂ ਦੇਖਦੇ ਹਾਂ ਕਿ ਸਟੂਡੈਂਟਸ ਦੀ ਜੋ ਸੰਗਤ ਹੈ, ਜੋ ਉੱਠਣੀ ਬੈਠਣੀ ਹੈ, ਜੋ ਉਹਨਾਂ ਦਾ ਨਿੱਤ ਦਾ ਕਾਰ ਵਿਹਾਰ ਹੈ, ਉਹ ਕਿਸ ਪ੍ਰਕਾਰ ਦੇ ਨੇ ਹਨਾ। ਤਾਂ ਇੱਕ ਮੁਰਗਾਬੀ ਦੀ ਜੋ ਮੈਂ ਉਦਾਹਰਨ ਦੇਣੀ ਚਾਹਾਂਗਾ ਕਿ ਉਹ ਪਾਣੀ ਵਿੱਚ ਰਹਿੰਦੀ ਹੈ ਪਰ ਉਹਦੇ ਪਾਣੀ ਦਾ ਲੇਪ ਨਹੀਂ ਹੁੰਦਾ, ਨਿਰਲੇਪ ਹੁੰਦੀ ਹੈ। ਤਾਂ ਉਹ ਮੈਂ ਕਹਾਂਗਾ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਮੁਰਗਾਬੀ ਦੀ ਤਰ੍ਹਾਂ ਹਨਾ ਇਹ ਆਪਣੇ ਆਪ ਨੂੰ ਰੱਖੀਏ। ਇੱਕ ਜਾਣਾ ਮੁਰਗਾਬੀ ਵਾਂਗੂ ਬਣ ਕੇ ਰਹੋ, ਇੱਕ ਜਾਣਾ ਕਮਲ ਦੇ ਫੁੱਲ ਵਾਂਗੂ ਬਣ ਕੇ, ਮਤਲਬ ਪਾਣੀ ਦੇ ਨਾਲ ਹੀ ਸੰਬੰਧ ਹੈ। ਤੁਸੀਂ ਦੋਨੇ ਜਾਣੇ ਪਾਣੀ ਦੇ ਵਿੱਚ ਰਾਜ ਕਰਦੇ ਹੋ, ਨਿਰਲੇਪ ਰਹਿ ਕੇ ਆਪਣੀਆਂ ਕਲਾ ਤੇ ਗਲਾ ਨੂੰ। ਰਮਨ ਜੀ ਮੈਨੂੰ ਲੱਗਦਾ ਕਿ ਇਹਦੇ ਲਈ ਨਾਲ ਦੀ ਨਾਲ ਅਰਦਾਸ ਵੀ ਇੱਕ ਜ਼ਰੂਰੀ ਹੈ। ਬਿਲਕੁਲ ਬਣਦੀ ਹੈ, ਬਿਲਕੁਲ। ਔਰ ਕੁਝ ਐਸਾ ਹੀ ਲਿਖਿਆ ਸੀ ਥੋੜੇ ਦਿਨ ਪਹਿਲਾਂ ਜੀ, ਔਰ ਇਸ ਅੱਗੇ ਅਰਦਾਸ ਹੈ ਕਿ ਦਾਤਾਰ ਸੰਭਾਲੀ ਰੱਖਣਾ, ਸਾਨੂੰ ਸੰਭਾਲੀ ਰੱਖਣਾ, ਮੈਂ ਮੇਰੀ ਕਦੇ ਚਿੱਤ ਚ ਨਾ ਆਵੇ, ਸਦਾ ਆਪਣੇ ਖਿਆਲੀ ਰੱਖਣਾ, ਦਾਤਾਰ ਸੰਭਾਲੀ ਰੱਖਣਾ। ਮਤਲਬ ਇਸ ਤਰ੍ਹਾਂ ਦੇ ਹੀ ਖਿਆਲ ਜਿਹੜੇ ਉਪਜਦੇ ਰਹਿਣ ਅਰਦਾਸਾਂ ਜੀ। ਔਰ ਜੋ ਕਲਾਮ ਉਹ ਵੀ ਇਸ ਤਰ੍ਹਾਂ ਦਾ ਸੋਚਾਂ ਬਾਰੇ ਹੈ ਹਨਾ ਜੀ। ਨਾ ਤੰਗ ਦਿਲਿਆ ਰਹਿਣ ਖਿਆਲਾਤਾਂ ਚ, ਸ਼ੁੱਧਤਾ ਬਖਸ਼ੋ ਜਜ਼ਬਾਤਾਂ ਚ, ਨਾ ਤੰਗ ਦਿਲਿਆ ਰਹਿਣ ਖਿਆਲਾਤਾਂ ਚ, ਸ਼ੁੱਧਤਾ ਬਖਸ਼ੋ ਜਜ਼ਬਾਤਾਂ ਚ, ਸਭ ਮਿਲ ਕੇ ਰਹਿ ਪਾਈਏ, ਸਭ ਮਿਲ ਕੇ ਰਹਿ ਪਾਈਏ, ਮੰਗੇ ਦੀਨ ਦਿਆ, ਸੋਚਾਂ ਬਣਾ ਦੇਵੋ ਵਿਸ਼ਾਲ ਤੇ ਖੁਸ਼ਹਾਲ, ਸੋਚਾਂ ਬਣਾ ਦੇਵੋ ਵਿਸ਼ਾਲ ਤੇ ਖੁਸ਼ਹਾਲ, ਵਿਸ਼ਾਲ ਤੇ ਖੁਸ਼ਹਾਲ। ਸਭ ਵਿੱਚ ਤੂੰ ਹੀ ਨਜ਼ਰੀਆਂ ਨੇ, ਸਾਨੂੰ ਦੇ ਦਿਓ ਐਸੀ ਅਕਸਾਂ, ਸਾਨੂੰ ਦੇ ਦਿਓ ਐਸੀ ਅਕਸਾਂ, ਸਾਨੂੰ ਦੇ ਦਿਓ ਐਸੀ ਅਕਸਾਂ, ਤੇਰਾ ਨੂਰ ਹੀ ਸਭਨਾ ਵਿੱਚ ਦਿਸੇ, ਨਾ ਲੱਗੇ ਕੋਈ ਬਖਸਾਇਆ, ਨਾ ਲੱਗੇ ਕੋਈ ਬਖਸਾਇਆ, ਨਾ ਲੱਗੇ ਕੋਈ ਬਖਸਾਇਆ, ਸਾਡੀ ਨਜ਼ਰ ਤੇ ਨਜ਼ਰ ਕਰੋ, ਸਾਡੀ ਨਜ਼ਰ ਤੇ ਨਜ਼ਰ ਕਰੋ, ਨਾਲ ਬਖਸ਼ੋ ਸ਼ੁੱਧ ਖਿਆਲ, ਸੋਚਾਂ ਬਣਾ ਦੇਵੋ ਵਿਸ਼ਾਲ ਤੇ ਖੁਸ਼ਹਾਲ, ਸੋਚਾਂ ਬਣਾ ਦੇਵੋ ਵਿਸ਼ਾਲ ਤੇ ਖੁਸ਼ਹਾਲ, ਕਰ ਮਿਹਰ ਮੇਰਾ ਦੇਸਾਂ, ਸੋਹਣਾ ਸੋਹਣਾ ਸੰਸਾਰ ਹੋਵੇ, ਸੋਹਣਾ ਸੋਹਣਾ ਸੰਸਾਰ ਹੋਵੇ, ਸੋਹਣਾ ਸੋਹਣਾ ਸੰਸਾਰ ਹੋਵੇ, ਸਾਡੇ ਦਿਲਾਂ ਦੇ ਥਾਂ ਜ਼ਿੰਦਗੀ ਦਾ ਬਸ ਕਰਨ ਸ਼ਿੰਗਾਰ ਹੋਵੇ, ਬਸ ਕਰਨ ਹੀ ਸ਼ਿੰਗਾਰ ਹੋਵੇ, ਬਸ ਕਰਨ ਹੀ ਸ਼ਿੰਗਾਰ ਹੋਵੇ, ਬਣ ਜਾਏ ਜੀਵਨ ਹੈਰੀ, ਬਣ ਜਾਏ ਜੀਵਨ ਹੈਰੀ, ਕਮਾਲ ਦੇ ਮਿਸਾਲ, ਸੋਚਾਂ ਬਣਾ ਦੇਵੋ ਵਿਸ਼ਾਲ ਤੇ ਖੁਸ਼ਹਾਲ, ਸੋਚਾਂ ਬਣਾ ਦੇਵੋ ਵਿਸ਼ਾਲ ਤੇ ਖੁਸ਼ਹਾਲ, ਵਿਸ਼ਾਲ ਤੇ ਖੁਸ਼ਹਾਲ, ਵਿਸ਼ਾਲ ਤੇ ਖੁਸ਼ਹਾਲ। ਸ਼ੁਕਰੀਆ ਜੀ। ਬਹੁਤ ਅੱਛਾ, ਬਾ ਕਮਾਲ। ਔਰ ਮੈਂ ਜਿਵੇਂ ਵਾਰ-ਵਾਰ ਮੇਰਾ ਦਿਲ ਕਰਦਾ ਕਿ ਤੁਹਾਡੀ ਜਿਹੜੀ ਤਾਰੀਫ ਹੈ ਉਹ ਇਸ ਤਰ੍ਹਾਂ ਕਰਾਂਗੇ ਵੀ ਮੇਰੇ ਕੋਲ ਸ਼ਬਦ ਨਹੀਂ ਹੈ ਹਨਾ। ਤਾਂ ਮੈਂ ਦਰਸ਼ਕਾਂ ਨੂੰ ਵੀ ਇਹ ਦੱਸਣਾ ਚਾਹਣਾ
ਕਿ ਜਿਹੜੀਆਂ ਰਚਨਾਵਾਂ ਤੁਸੀਂ ਸੁਣ ਰਹੇ ਹੋ ਔਰ ਇਸ ਤਰ੍ਹਾਂ ਦੇ ਕਲਾਮ ਹੈ ਔਰ ਕਈ ਵਾਰੀ ਆਪਾਂ ਕਹਿੰਦੇ ਆ ਕਿ ਬਹੁਤ ਮੰਜੇ ਹੋਏ ਜਿਹੜੇ ਰਾਈਟਰ ਹੁੰਦੇ ਆ ਉਹ ਵੀ ਨਹੀਂ ਕਈ ਵਾਰੀ ਲਿਖ ਪਾਉਂਦੇ ਔਰ ਛੋਟੀ ਉਮਰੇ ਐਡੀਆਂ ਐਡੀਆਂ ਵੱਡੀਆਂ ਗੱਲਾਂ ਸੋਚਾਂ ਔਰ ਸਾਂਝੀਵਾਲਤਾ ਦਾ ਸੰਦੇਸ਼ ਤੁਹਾਨੂੰ ਵੀ ਇਸ ਕਲਾਮ ਦੇ ਵਿੱਚ ਨਜ਼ਰ ਆਇਆ ਔਰ ਅਰਦਾਸ ਹੈ ਜਿਹੜੀ ਉਹ ਸਾਰੇ ਸੰਸਾਰ ਦੇ ਲਈ ਔਰ ਅਸੀਂ ਪੈਂਡੈਮਿਕ ਦੇ ਦੌਰ ਦੇ ਵਿੱਚੋਂ ਲੰਘ ਰਹੇ ਹਾਂ ਜਿੱਥੇ ਸਾਡੀ ਸੋਚ ਸੋੜੀ ਹੁੰਦੀ ਜਾ ਰਹੀ ਸੀ ਪਰਮਾਤਮਾ ਨੇ ਜਿਹੜਾ ਇਸ ਕਰੋਨਾ ਮਹਾਮਾਰੀ ਨੂੰ ਪਤਾ ਨਹੀਂ ਹੁਣ ਕੀ ਇਹਦੇ ਵਿੱਚ ਪਰਮਾਤਮਾ ਦੀ ਜਾਂ ਇਸ ਕੁਦਰਤ ਦੀ ਕੀ ਇਹਦੇ ਵਿੱਚ ਖੇਡ ਹੈ ਉਸੇ ਹੀ ਮੱਦੇ ਨਜ਼ਰ ਜਿਹੜੀ ਰਚਨਾ ਤੁਸੀਂ ਸੁਣੀ ਹੈ ਔਰ ਤੁਸੀਂ ਸਾਂਝੀਵਾਲਤਾ ਦਾ ਸੰਦੇਸ਼ ਵੀ ਨਾਲ ਦੀ ਨਾਲ ਦੇ ਰਹੇ ਹੋ ਹੁਣ ਮੈਨੂੰ ਐਂ ਲੱਗਦਾ ਵੀ ਜਿਹੜਾ ਸੂਫੀ ਕਲਾਮ ਹੀ ਨਹੀਂ ਕਿਤੇ ਨਜ਼ਰ ਆ ਰਿਹਾ ਨਾਲ ਦੀ ਨਾਲ ਸੂਫੀ ਕਲਾਮ ਤੋਂ ਬਾਹਰ ਹੁੰਦੇ ਹੋਏ ਇੱਕ ਵਿਸ਼ਾਲਤਾ ਵੱਡੇ ਦਾਇਰੇ ਦੇ ਵਿੱਚ ਤੁਸੀਂ ਇਹ ਆਪਣੀਆਂ ਰਚਨਾਵਾਂ ਗਾਉਂਦੇ ਤੇ ਲਿਖਦੇ ਹੋ ਸੋ ਸ਼ੋਭੀ ਜੀ ਜਿਵੇਂ ਮੈਂ ਕਿਉਂਕਿ ਮੈਨੂੰ ਇਹ ਵੀ ਹੈ ਕਿ ਆਪਾਂ ਬੈਲੈਂਸ ਰੱਖੀਏ ਉਹਨਾਂ ਨੂੰ ਵੀ ਬਿਲਕੁਲ ਹੁੰਦੇ ਰਹੀਏ ਸੋ ਜਿਹੜਾ ਤੁਹਾਡਾ ਇੱਕ ਅੱਗੇ ਇੱਕ ਹੈ ਤੁਸੀਂ ਦੱਸਿਆ ਕਿ ਵੀ ਮੈਂ ਬਿਜ਼ਨਸ ਦੇ ਵਿੱਚ ਜਾਣਾ ਚਾਹੁੰਦਾ ਇਹ ਅਸੀਂ ਅਰਦਾਸ ਕਰਦੇ ਹਾਂ ਕਿ ਤੁਸੀਂ ਜਾਓ ਔਰ ਤੁਹਾਡਾ ਬਿਜ਼ਨਸ ਵੀ ਤਰੱਕੀਆਂ ਤੇ ਔਰ ਬੁਲੰਦੀਆਂ ਤੇ ਜਾਵੇ ਅਸੀਂ ਦਰਸ਼ਕਾਂ ਨੂੰ ਵੀ ਇਸ ਗੱਲ ਦੀ ਅਪੀਲ ਔਰ ਤਾਕੀਦ ਕਰਦੇ ਹਾਂ ਕਿ ਜਿੱਥੇ ਤੁਸੀਂ ਪਾਰਟੀਆਂ ਦੇ ਵਿੱਚ ਜਾਂਦੇ ਹੋ ਚੱਕ ਲੋ ਧਰ ਲੋ ਵਾਲੇ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਔਰ ਜ਼ਰੂਰੀ ਨਹੀਂ ਹੈ ਕਿ ਉਹੀ ਸਭ ਮਿਊਜ਼ਿਕ ਹੈ ਮਿਊਜ਼ਿਕ ਆ ਵੀ ਹੈ ਜਿਹੜਾ ਅੱਜ ਅਸੀਂ ਸੁਣ ਔਰ ਦੇਖ ਰਹੇ ਹਾਂ ਤੁਹਾਡੇ ਸਾਹਮਣੇ ਅੱਜ ਰੂਹਦਾਰੀ ਵਾਲੀਆਂ ਗੱਲਾਂ ਰੂਹਦਾਰੀ ਵਾਲੇ ਕਲਾਮ ਪੇਸ਼ ਕੀਤੇ ਜਾ ਰਹੇ ਆ ਸੂਫੀ ਕਲਾਮ ਪੇਸ਼ ਕੀਤੇ ਜਾ ਰਹੇ ਆ ਕਦੇ ਸਮਾਂ ਮਿਲੇ ਕਦੇ ਰੂਹ ਦੀ ਦਾ ਸਕੂਨ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਹੈਰੀ ਸ਼ੈਰੀ ਨੂੰ ਸ਼ੋਭੀ ਹੋਰਾਂ ਨੂੰ ਕਾਲ ਕਰਕੇ ਔਰ ਇਹਨਾਂ ਦਾ ਮੈਨੂੰ ਇਹ ਵੀ ਪਤਾ ਲੱਗਿਆ ਕਿ ਇਹਨਾਂ ਦੇ ਗਰੁੱਪ ਦੇ ਵਿੱਚ ਇੱਕ ਦੋ ਹੋਰ ਮੈਂਬਰ ਵੀ ਹੈ ਉਹ ਕਿਸੇ ਵਜ੍ਹਾ ਕਰਕੇ ਅੱਜ ਸਟੂਡੀਓ ਦੇ ਵਿੱਚ ਨਹੀਂ ਆ ਪਾਏ ਉਹਨਾਂ ਦੇ ਨਾਲ ਵੀ ਤੁਸੀਂ ਜਿਹੜਾ ਆਪਣੇ ਬੱਚਿਆਂ ਨੂੰ ਆਪਣੀ ਰੂਹ ਦਾ ਕੋਈ ਸਕੂਨ ਲੈਣਾ ਚਾਹੁੰਦੇ ਚੰਗੀ ਸਾਫ਼ ਸੁਥਰੀ ਗਾਇਕੀ ਸੁਣਨਾ ਚਾਹੁੰਦੇ ਆ ਤਾਂ ਪ੍ਰੋਗਰਾਮ ਦੇ ਅੰਤ ਦੇ ਵਿੱਚ ਇਹਨਾਂ ਦਾ ਨੰਬਰ ਤੁਹਾਡੇ ਰੂਬਰੂ ਕਰਾਂਗੇ ਤੁਹਾਨੂੰ ਨਸ਼ਰ ਕਰਾਂਗੇ ਤੁਸੀਂ ਕਾਲ ਕਰਕੇ ਇਹਨਾਂ ਦੇ ਨਾਲ ਰਾਬਤਾ ਕਰ ਸਕਦੇ ਆ ਤਾਂ ਜੇ ਨਹੀਂ ਤਾਂ ਤੁਸੀਂ ਆਪਣਾ ਸਟੂਡੀਓ ਦਾ ਨੰਬਰ ਨੋਟ ਕਰ ਲਓ 9057909099 ਸਟੂਡੀਓ ਦਾ ਨੰਬਰ ਆ ਉਸ ਤੋਂ ਵੀ ਇਹਨਾਂ ਦੇ ਨੰਬਰ ਲੈ ਕੇ ਤੁਸੀਂ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ ਜੀ ਆਨ ਦੇ ਫਿਰ ਕੋਈ ਨਵਾਂ ਕਲਾਮ ਬਿਲਕੁਲ ਜੀ ਰੁਲਦਿਆਂ ਪਨਾ ਦੇਣ ਵਾਲਿਆ ਰੱਬੀ ਲੋਕਾਂ ਦੇ ਨਾਲ ਮਿਲਾ ਹੁਣ ਸਾਨੂੰ ਕੋਈ ਥੋੜ ਨਹੀਂ ਤੇਰਾ ਰਾਜ ਇਲਾਹੀ ਜੋ ਤੇਰਾ ਤੇਰਾ ਰਾਜ ਇਲਾਹੀ ਜੋ ਸ਼ੁਕਰਾਨਾ 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 ਤੇਰਾ ਤੇਰਾ ਸ਼ੁਕਰਾਨਾ 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 ਅਸਾਂ ਰੁਲਦੇ ਸੀ ਰਹਿਣਾ ਤੁਸਾਂ ਗਲ ਨਾਲ ਲਾਇਆ ਜ਼ਿੰਦਗੀ ਕੀਤੀ ਸੌਖੀ ਰੱਬ ਨਾਲ ਮਿਲਾਇਆ ਖੁਸ਼ੀਆਂ ਮਿਲੀਆਂ ਖੁਸ਼ੀਆਂ ਮਿਲੀਆਂ ਤੇਰੇ ਦਰ ਤੋਂ ਮਿਲੀਆਂ ਖੁਸ਼ੀਆਂ ਮਿਲੀਆਂ ਅਸਾਂ ਰੁਲਦੇ ਸੀ ਰਹਿਣਾ ਤੁਸਾਂ ਗਲ ਨਾਲ ਲਾਇਆ ਜ਼ਿੰਦਗੀ ਕੀਤੀ ਸੌਖੀ ਖੁਦਾ ਨਾਲ ਮਿਲਾਇਆ ਸਾਨੂੰ ਭੁੱਲਿਆ ਭਟਕਿਆਂ ਨੂੰ ਦਿੱਤਾ ਟਿਕਾਣਾ ਸਾਨੂੰ ਭੁੱਲਿਆ ਭਟਕਿਆਂ ਨੂੰ ਦਿੱਤਾ ਟਿਕਾਣਾ ਸ਼ੁਕਰਾਨਾ 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 ਤੇਰਾ ਤੇਰਾ ਸ਼ੁਕਰਾਨਾ 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 ਸਾਡੇ ਹਰ ਸਾਹ ਉਤੇ
हर साए उत्ते होवे तेरा नाम, तेरी याद विच बीते सादा हर लम्हा, जिंदगी बन जाए हैरी तेरा अफसाना, जीवन बन जाए हैरी तेरा अफसाना। शुक्राना 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 शुक्राना, तेरा तेरा शुक्राना 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 शुक्राना। शुक्रिया। बहुत खूबसूरत। और जिथे ਤੁਹਾਡੀ ਵਾਰ-ਵਾਰ ਤਾਰੀਫ ਮੈਂ ਕਰ ਰਿਹਾ, ਔਰ ਆਵਾਜ਼ ਦੇ ਵਿੱਚ ਵੀ ਇੱਕ ਜਾਦੂਗਰੀ ਹੈ ਔਰ ਮਜ਼ਾ ਆਉਂਦਾ, ਔਰ ਜਿਵੇਂ ਕਹਿੰਦੇ ਆ ਨਾ ਕਿ ਰੋਂਗਟੇ ਜਿਵੇਂ ਆਪਣੇ ਲੋਹ ਕੰਡਾ ਖੜਾ ਹੋ ਜਾਂਦੇ ਉਵੇਂ ਮਜ਼ਾ ਆਉਂਦਾ ਸੁਣ ਕੇ, ਵਾਕਈ ਸਕੂਨ ਆ ਰਿਹਾ। ਔਰ ਤੁਸੀਂ ਨਾ ਚਾਹੁੰਦੇ ਹੋ ਵੀ ਅੱਖਾਂ ਮੀਚ ਕੇ ਸੁਣਨਾ ਚਾਹੁੰਦੇ ਹੋ। ਇਸ ਤਰ੍ਹਾਂ ਦੀ ਤੁਹਾਡੀ ਗਾਇਕੀ ਹੈ ਜਿਹੜੀ ਉਹ ਸੁਣਨ ਨੂੰ ਅੱਜ ਮੈਂ ਵੀ ਆਨੰਦ ਮਾਣ ਰਿਹਾ ਔਰ ਦਰਸ਼ਕ ਵੀ ਆਨੰਦ ਮਾਣ ਰਹੇ। ਔਰ ਗਰੁੱਪ ਦੀ ਮੈਂ ਗੱਲ ਕੀਤੀ ਸੀ ਵੀ ਬਹੁਤ ਸਾਰੇ ਬੈਂਡ ਬਣਦੇ, ਮਿਊਜ਼ੀਕਲ ਬੈਂਡ ਬਣ ਗਏ ਜਾਂ ਉਹ ਬੈਂਡ ਬਣ ਗਿਆ। ਜਿਹੜਾ ਸੂਫੀ ਬੈਂਡ ਆ, ਮੈਨੂੰ ਲੱਗਦਾ ਕਿ ਇੱਕ ਸਟੂਡੈਂਟਸ ਦਾ ਸੂਫੀ ਬੈਂਡ ਟੋਰਾਂਟੋ ਦੇ ਵਿੱਚ, ਖਾਸ ਕਰਕੇ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦਾ ਜਿਹੜਾ ਬੈਂਡ ਬਣਨ ਜਾ ਰਿਹਾ, ਉਹ ਆਪਣੇ ਆਪ ਦੇ ਵਿੱਚ ਪਹਿਲੀ ਵਾਰੀ ਸ਼ਾਇਦ ਮੈਨੂੰ ਲੱਗਦਾ। ਪਰ ਜਿੱਥੇ ਤੁਸੀਂ 3 ਜਣਿਆਂ ਦੀ ਅੱਜ ਕੜੀ ਨਜ਼ਰ ਆ ਰਹੀ ਹੈ ਦਰਸ਼ਕਾਂ ਨੂੰ, ਹੋਰ 1-2 ਮੈਂਬਰ ਜਿਹੜੇ ਆ ਤੁਹਾਡੇ, ਜਿਹੜੇ ਤੁਸੀਂ ਕਿਹਾ ਵੀ ਉਹ ਹਲੇ ਨਹੀਂ ਸਟੂਡੀਓ ਵਿੱਚ ਆ ਪਾਏ, ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨਾਲ ਵੀ ਰਲ ਕੇ ਆਪਾਂ ਹੋਰ ਵੀ ਜਿਹੜੇ ਇੰਟਰਵਿਊਜ਼ ਦੇ ਵਿੱਚ ਸਵਾਲ ਕਰਾਂਗੇ। ਹੋਰ ਜਿਹੜੀਆਂ ਚੀਜ਼ਾਂ ਮੈਂ ਕੋਈ ਸਕਿਪ ਕਰ ਗਿਆ ਜਾਂ ਨਹੀਂ ਮੈਂ ਪੁੱਛੀਆਂ, ਤੁਸੀਂ ਆਪਣੇ ਆਪ ਹੀ ਦੱਸੋ ਵੀ ਆਹ ਵੀ ਅਸੀਂ ਚੀਜ਼ਾਂ ਅਸੀਂ ਦੱਸ ਕਰਨਾ ਚਾਹੁੰਦੇ ਆ, ਜਾਂ ਤੁਹਾਡੇ ਕੀ ਹੋਰ ਸੁਪਨੇ ਆ? ਦੇਖੋ ਜੀ, ਇੱਕ ਸਾਰੇ ਮੈਨੂੰ ਬੜਾ ਕੁਐਸਚਨ ਪੁੱਛਦੇ ਵੀ ਹਰੇਕ ਚੀਜ਼ ਦਾ ਇੱਕ ਉਸਤਾਦ ਹੁੰਦਾ ਹੈ ਨਾ, ਵੀ ਤੁਹਾਡਾ ਉਸਤਾਦ ਕੌਣ ਹੈ? ਤੇ ਉੱਥੇ ਇੱਕੋ ਗੱਲ ਹੁੰਦੀ ਕਿ ਅਗਰ ਆਪਾਂ ਦੁਨਿਆਵੀ ਤੌਰ ਤੇ ਦੇਖਿਆ ਜਾਵੇ ਤਾਂ ਜੋ ਇਹ ਦਿੰਦਾ ਮੈਂ ਲਿਖਦਾ ਚਲਾ ਜਾ ਰਿਹਾ ਹਾਂ। ਤੇ ਅਗਰ ਉਸਤਾਦ ਦੀ ਗੱਲ ਕਰੀਏ ਤਾਂ ਮੈਨੂੰ ਜਦੋਂ ਵੀ ਕੋਈ ਚੀਜ਼ ਉਤਰਦੀ ਮੈਂ ਸਭ ਤੋਂ ਪਹਿਲਾਂ ਆਪਣੀ ਸਿਸਟਰਸ ਨੂੰ ਕਾਲ ਕਰਦਾ। ਅੱਛਾ। ਜੋ ਵੀ ਮੈਂ ਲਿਖਿਆ, ਜੋ ਵੀ ਮੈਂ ਬੋਲਿਆ ਹੈ ਨਾ, ਮੈਂ ਲਿਖ ਕੇ ਜਾਂ ਜੋ ਵੀ ਰਿਕਾਰਡ ਕਰਕੇ, ਕਈ ਵਾਰੀ ਕਾਪੀ ਪੈਨ ਨਹੀਂ ਹੁੰਦਾ, ਕੁਝ ਐਸਾ ਉੱਤਰ ਆਉਂਦਾ, ਕਈ ਵਾਰੀ ਬੱਸ 'ਚ ਸਫ਼ਰ ਕਰਦਿਆਂ ਕੁਝ ਉੱਤਰ ਆਉਂਦਾ, ਖਾਂਦਾ ਪੀਂਦਾ ਕੁਝ ਉੱਤਰ ਆਉਂਦਾ, ਜਿੱਦਾਂ ਵੀ ਮਾਹੌਲ ਹੁੰਦਾ ਉਸ ਪ੍ਰਕਾਰ ਲਿਖ ਕੇ ਰਿਕਾਰਡ ਕਰਕੇ ਆਪਣੀ ਸਿਸਟਰਸ ਨੂੰ ਭੇਜਦਾ। ਦੇਖਿਆ ਜਾਵੇ ਤਾਂ ਉਹ ਮੇਰੇ ਇੱਕ ਹਿਸਾਬ ਦਾ ਉਸਤਾਦ ਨੇ, ਕਿਉਂਕਿ ਉਹਨਾਂ ਨੇ ਮੈਨੂੰ ਪੱਗ ਪੱਗ ਤੇ ਸੰਭਾਲਿਆ। ਕਿਉਂਕਿ ਛੋਟਾ ਜਿਹਾ ਜਦ ਫਾਦਰ ਸਾਹਿਬ ਦੀ ਡੈਥ ਹੋ ਗਈ, ਫਿਰ ਮਦਰ ਨੇ ਮੈਨੂੰ ਸੰਭਾਲਿਆ, 4 ਸਿਸਟਰਸ ਨੇ ਮੇਰੀਆਂ, ਤੇ ਉਹਨਾਂ ਨੇ ਰਲ ਕੇ ਮੈਨੂੰ ਐਸਾ ਇੱਥੇ ਮੁਕਾਮ ਤੱਕ ਉਹੀ ਲੈ ਕੇ ਆਏ ਨੇ, ਮੈਂ ਉਹਨਾਂ ਦਾ ਦੇਣ ਨਹੀਂ ਦੇ ਸਕਦਾ। ਜਿੱਥੇ ਮਾਂ ਨੇ ਇੱਕ ਮਾਂ ਦਾ ਪਿਆਰ ਵੀ ਦਿੱਤਾ, ਉੱਥੇ ਇੱਕ ਬਾਪ ਦਾ ਪਿਆਰ ਵੀ ਦਿੱਤਾ। ਤਾਂ ਉਹਨਾਂ ਲਈ ਮੈਂ ਇੱਕ ਲਾਈਨਾਂ ਲਿਖਿਆ ਸੀ, ਚੰਦ ਲਾਈਨਾਂ ਆਪ ਜੀ ਦੇ ਸ਼ਬਦ ਕਿ ਸੁਬਹ ਉੱਠकर जब खुदा से मैं हाले जुबां कहता हूँ, सुबह उठकर जब खुदा से मैं हाले जुबां कहता हूँ, उससे पहले भी हैरी मैं एक दफा माँ कहता हूँ। क्या बात। बहुत कमाल। और माँ ਜਿਹੜਾ ਇੱਕ ਐਸਾ ਸ਼ਬਦ ਹੈ, ਜਦੋਂ ਬੱਚਾ ਜਦੋਂ ਵੀ ਵੱਡਾ ਹੁੰਦਾ ਜਾਂ ਬੋਲਣਾ ਸ਼ੁਰੂ ਕਰਦਾ ਤਾਂ ਪਹਿਲਾ ਸ਼ਬਦ ਜਿਹੜਾ ਆਉਂਦਾ ਉਹ ਮਾਂ ਹੈ। ਜੇ ਸੱਟ ਫਿੱਟ ਲੱਗ ਜੇ ਤਾਂ ਵੀ ਮਾਂ ਹੈ, ਜੇ ਕੋਈ ਤਕਲੀਫ ਹੋਵੇ ਤਾਂ ਵੀ ਮਾਂ ਹੈ। ਮਤਲਬ ਮਾਂ ਇੱਕ ਅਜਿਹਾ ਧੁਰਾ ਹੈ ਸਾਰੀ ਪਰਵਰਿਸ਼ ਦਾ। ਔਰ ਜੇ ਇਸ ਧੁਰੇ ਨੂੰ ਅਸੀਂ ਮੰਨਦੇ ਜਾਈਏ, ਜਿਹਨੂੰ ਅਸੀਂ ਸੰਸਕਾਰ ਕਹਿੰਦੇ, ਜਿਵੇਂ ਸ਼ਾਬਿਸ਼ ਜੀ ਨੇ ਦੱਸਿਆ ਵੀ ਮੇਰੇ ਸੰਸਕਾਰ ਮੇਰੇ ਪੇਰੈਂਟਸ ਨੇ, ਮੇਰੇ ਮਾਂ ਪਿਓ ਨੇ ਮੈਨੂੰ ਸਿਖਾਏ ਆ, ਉਹਨਾਂ ਨੂੰ ਜੇ ਅਸੀਂ ਮੰਨਦੇ ਜਾਈਏ, ਮੈਨੂੰ ਨਹੀਂ ਲੱਗਦਾ ਕਿ ਅਸੀਂ ਦੁਨੀਆ ਦੇ ਵਿੱਚ ਕਦੇ ਨੈਗੇਟਿਵ ਆਪਣਾ ਰੋਲ ਅਦਾ ਕਰਾਂਗੇ। ਸਾਡਾ ਕਿਰਦਾਰ ਆ ਜਿਹੜਾ ਉਹ ਦਿਨੋਂ ਦਿਨ ਚਮਕਦਾ ਜਾਏਗਾ। ਜੇ ਸਾਡੇ ਆਪਣੇ ਪੇਰੈਂਟਸ ਦੇ, ਆਪਣੇ ਭੈਣ ਭਰਾਵਾਂ ਦੇ ਉਹ ਜੇ ਸਾਨੂੰ ਚਿਹਰੇ ਨਜ਼ਰ ਆਉਂਦੇ ਰਹਿਣ ਕੋਈ ਗਲਤ ਕੰਮ ਕਰਨ ਤੋਂ ਪਹਿਲਾਂ, ਤਾਂ ਮੈਨੂੰ ਲੱਗਦਾ ਵੀ ਅਸੀਂ ਕੋਈ ਗਲਤ ਕੰਮ ਕਰਨ ਦੀ ਤਾਂ ਸੋਚਣ ਦੀ ਗੱਲ ਦੂਰ ਹੈ, ਕਦਮ ਵੀ ਸਾਡਾ ਇੱਕ ਵੀ ਗਲਤ ਜਿਹੜਾ ਨਹੀਂ ਚੱਕਿਆ। ਸੋ ਨੂਰ ਸਾਹਿਬ ਦੀ ਇੱਕ ਦੀਆਂ ਲਾਈਨਾਂ ਜਿਹੜੀਆਂ ਉਹ ਵੀ ਸੁਣਾ ਦਿਓ, ਕਿਉਂਕਿ ਜਦੋਂ ਵੀ ਆਪਾਂ ਕਿਸੇ ਨੂੰ ਇੰਟਰਵਿਊ ਕਰਦੇ ਆ ਨਾ, ਤਾਂ ਉਹਨਾਂ ਦੀ ਇਹ ਸੋਚ ਹੁੰਦੀ ਹੈ ਕਿ ਸਭ ਵੱਡੇ ਤੋਂ ਵੱਡਾ ਕਵੀ, ਵੱਡੇ ਤੋਂ ਵੱਡਾ ਰਾਈਟਰ ਦੱਸਿਆ ਜਾਵੇ, ਮੈਂ ਇਹਨਾਂ ਨੂੰ ਪੜ੍ਹਨਾ ਪਸੰਦ ਕਰਦਾ। ਤੁਸੀਂ ਉਹ ਦੱਸਿਆ ਕਿ ਜਿਨ੍ਹਾਂ ਨੂੰ ਲੋਕ ਬਹੁਤ ਘੱਟ ਜਾਣਦੇ ਆ, ਪਰ ਉਹਨਾਂ ਦੀ ਕਲਾਮ ਹੈ ਬਹੁਤ ਸਾਰੇ ਲੋਕਾਂ ਨੂੰ ਪਤਾ ਹੈ ਕਿ ਵੀ ਵਾਕਈ ਯਾਰ ਬਹੁਤ ਜ਼ਬਰਦਸਤ ਚੀਜ਼ ਲਿਖੀ ਹੈ, ਪਰ ਉਹਦੇ ਪਿੱਛੇ ਕਿਹੜਾ ਚਿਹਰਾ, ਕੌਣ ਕਿਹਨੇ ਲਿਖਿਆ, ਹਜੇ ਤੱਕ ਮੈਨੂੰ ਲੱਗਦਾ ਲੋਕਾਂ ਨੂੰ ਉਹਨਾਂ ਦੀ ਹਜੇ ਨਹੀਂ ਪਛਾਣ ਹੋਣੀ। ਸੋ ਨੂਰ ਸਾਹਿਬ ਦਾ ਕੋਈ ਇਸ ਤਰ੍ਹਾਂ ਦਾ ਕੋਈ ਖਿਆਲ ਹੋਵੇ ਤਾਂ ਪੇਸ਼ੇ ਖਿਦਮਤ ਕਰੋ। ਜੀ ਬਿਲਕੁਲ ਰਮਨ ਜੀ, ਅੱਜ ਕੱਲ੍ਹ ਦੁਨੀਆ ਅੰਦਰ ਜਿਹੜਾ ਪਿਆਰ ਹੈ ਨਾ ਉਹ ਘਟਦਾ ਜਾ ਰਿਹਾ ਹੈ। ਇੱਕ ਦੂਜੇ ਨਾਲ ਜਿਹੜੀ ਮੁਹੱਬਤ ਹੈ ਉਹ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਤਕਰਾਰ ਹੈ ਨਾ, ਈਗੋਇਜ਼ਮ ਕਰਕੇ ਉਹ ਚੀਜ਼ਾਂ ਘਟਦੀਆਂ ਚਲੀਆਂ ਜਾਂਦੀਆਂ ਨੇ। ਤੇ ਉਹਨਾਂ ਦਾ ਇੱਕ ਬੜਾ ਸੁੰਦਰ ਸ਼ੇਰ ਹੈ, ਉਹ ਆਪ ਜੀ ਦੇ ਮੱਦੇ ਨਜ਼ਰ ਰੱਖ ਰਹੇ ਹਾਂ ਕਿ ਉਹ ਪਲ ਨਾ ਦਿਖਾਵੀਂ ਦੂਰ ਹੋਵਾਂ
ਦੁਨੀਆ ਵਿੱਚ ਨਾ ਚੂਰ ਹੋਵਾਂ ਤੇ ਮਨ ਜਾਵਾਂ ਗਲਤੀ ਪਿਆਰ ਦੀ ਖਾਤਰ। ਬਹੁਤ ਅੱਛਾ। ਮਨ ਜਾਵਾਂ ਗਲਤੀ ਪਿਆਰ ਦੀ ਖਾਤਰ ਭਾਵੇਂ ਬੇਸ਼ੱਕ ਬੇਕਸੂਰ ਹੋਵਾਂ। ਕੀ ਬਾਤ, ਕੀ ਬਾਤ। ਔਰ ਪਹਿਲੀ ਗੱਲ ਇਹ ਆ ਵੀ ਅੱਜ ਕੱਲ ਜਿਹੜਾ ਬੇਕਸੂਰ ਹੁੰਦਾ ਉਹ ਤਾਂ ਪਹਿਲੇ ਡਾਂਗੇ ਸੋਟਾ ਚੱਕ ਲੈਂਦੇ ਨੇ, ਮੈਨੂੰ ਤੂੰ ਇਹ ਗੱਲ ਕਿਵੇਂ ਕਹਿਤੀ। ਪਰ ਇਹ ਜਿਹੜੀਆਂ ਰਚਨਾਵਾਂ ਆਸ਼ਿਕ ਦੀ ਅਵਸਥਾ, ਜਿਹੜੇ ਸੂਫੀ ਇਹ ਖਿਆਲ ਹੁੰਦੇ ਆ ਨਾ, ਇਹਦੇ ਵਿੱਚ ਇਹ ਚੀਜ਼ ਪੇਸ਼ ਹੁੰਦੀ ਆ ਕਿ ਵੀ ਮੇਰੀ ਜੇ ਗਲਤੀ ਨਹੀਂ ਵੀ ਤਾਂ ਵੀ ਮੈਂ ਗਲਤੀ ਮੰਨਣ ਲਈ ਤਿਆਰ ਹਾਂ, ਪਰ ਮੇਰਾ ਪਿਆਰ ਕਿਤੇ ਟੁੱਟਣਾ ਨਹੀਂ ਚਾਹੀਦਾ। ਬੜੀ ਜ਼ਬਰਦਸਤ ਇਹ ਚੀਜ਼ਾਂ। ਵਾਕਈ ਤੁਸੀਂ ਜਿਹੜਾ ਨੂਰ ਸਾਹਿਬ ਨੂੰ ਪੜ੍ਹਦੇ ਆ ਔਰ ਉਹਨਾਂ ਨੂੰ ਫੋਲੋ ਕਰ ਰਹੇ ਆ, ਇਹ ਵੀ ਇੱਕ ਤੁਹਾਡੇ ਲਈ ਦਾਤ ਦੇਣੀ ਬਣਦੀ ਆ। ਔਰ ਚੰਗੀਆਂ ਚੀਜ਼ਾਂ ਪੜ੍ਹਦੇ ਰਹੋ, ਸੁਣਦੇ ਰਹੋ, ਲਿਖਦੇ ਰਹੋ। ਸੋ ਜਾਂਦੇ ਜਾਂਦੇ ਕੁਝ ਇੱਕ ਦੋ ਲਾਈਨਾਂ ਜ਼ਰੂਰ ਸੁਣਾ ਦਿਓ ਤਾਂ ਕਿ ਫਿਰ ਆਪਾਂ ਦਰਸ਼ਕਾਂ ਤੋਂ ਇਜਾਜ਼ਤ ਲਈਏ। ਸਮਾਂ ਜਿਹੜਾ ਅੱਗੇ ਵੱਧ ਚੁੱਕਿਆ ਜੀ ਜੀ। ਨੂਰ ਸਾਹਿਬ ਦੀਆਂ ਕੁਝ ਲਾਈਨਾਂ ਜੀ। ਸੋਹਣਾ ਕਰਦੇ ਸੋਹਣਿਆ ਬਿਨ ਕਰਨੋਂ ਕੋਈ, ਸੋਹਣਾ ਕਰਦੇ ਸੋਹਣਿਆ ਬਿਨ ਕਰਨੋਂ ਕੋਈ, ਭਟਕ ਨਾ ਜਾਵਾਂ ਮੰਜ਼ਿਲ ਤੋਂ, ਭਟਕ ਨਾ ਜਾਵਾਂ ਮੰਜ਼ਿਲ ਤੋਂ, ਮੈਨੂੰ ਦੇ ਦੇ ਸੋਝੀ, ਸੋਹਣਾ ਕਰਦੇ ਸੋਹਣਿਆ ਬਿਨ ਕਰਨੋਂ ਕੋਈ, ਸੋਹਣਿਆ ਮੇਰਨਾ ਭੋਲਣਾ ਵਾਕਈ ਮਤਲਬ ਇੱਕ ਰੂਹ ਦਾ ਰੀਦਾ ਜਿਹੜਾ ਨਾ ਉਹ ਖਿਆਲ ਹੈ, ਉਹ ਕੱਲਾ ਲਿਖਤ ਰੂਪ ਚ ਨਹੀਂ ਹੈ, ਉਹ ਮਜ਼ਾ ਆਉਂਦਾ, ਸੁਣ ਕੇ ਵੀ ਮਜ਼ਾ ਆਉਂਦਾ। ਔਰ ਗਾਇਕੀ ਜਿਹੜੀ ਤੁਹਾਡੀ ਦੋਨਾਂ ਦੀ ਇੱਕ ਬਹੁਤ ਵਧੀਆ ਤਾਲਮੇਲ ਜਿਹੜਾ ਬਣਿਆ ਹੋਇਆ, ਪਰਮਾਤਮਾ ਕਰੇ ਬਣਿਆ ਰਵੇ। ਔਰ ਨਾਲ ਦੀ ਨਾਲ ਜਿਹੜਾ ਤੁਹਾਡਾ ਗਰੁੱਪ ਹੈ ਜਾਂ ਤੁਹਾਡਾ ਜਿਹੜਾ ਸੂਫੀ ਗਰੁੱਪ ਬਣਨ ਜਾ ਰਿਹਾ ਬਣਿਆ ਹੋਇਆ, ਉਹ ਹੋਰ ਵੀ ਤਰੱਕੀਆਂ ਕਰੇ। ਸੋ ਤੁਹਾਡਾ ਤਿੰਨਾਂ ਦਾ ਬਹੁਤ ਬਹੁਤ ਅਸੀਂ ਸ਼ੁਕਰਗੁਜ਼ਾਰ ਹਾਂ। ਔਰ ਵਿਜ਼ਨ ਪੰਜਾਬ ਟੀਵੀ ਦੀ ਟੀਮ ਵੱਲੋਂ, ਸਾਰਿਆਂ ਵੱਲੋਂ ਅਸੀਂ ਤੁਹਾਡੇ ਧੰਨਵਾਦੀ ਹਾਂ ਕਿ ਤੁਸੀਂ ਸਟੂਡੀਓ ਦੇ ਵਿੱਚ ਆ ਕੇ ਇੱਕ ਅਜਿਹੀਆਂ ਚੀਜ਼ਾਂ ਔਰ ਜਿਹੜੀਆਂ ਕਿ ਅਲੋਪ ਹੁੰਦੀਆਂ ਜਾ ਰਹੀਆਂ ਉਹ ਦਰਸ਼ਕਾਂ ਦੇ ਤੁਸੀਂ ਸਨਮੁਖ ਕੀਤੀਆਂ, ਨਜ਼ਰ ਕੀਤੀਆਂ। ਤੁਹਾਡਾ ਬਹੁਤ ਬਹੁਤ ਅਸੀਂ ਵੀ ਸ਼ੁਕਰਗੁਜ਼ਾਰ। ਥੈਂਕ ਯੂ। ਸੋ ਦਰਸ਼ਕੋ ਤੁਹਾਡਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਵਿਜ਼ਨ ਪੰਜਾਬ ਟੀਵੀ ਨੂੰ ਦੇਖਦੇ ਰਹੋ ਔਰ ਪਿਆਰ ਦਿੰਦੇ ਰਹੋ। ਕਿ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਤੁਸੀਂ ਜ਼ਰੂਰ ਦੇਖਣਾ ਔਰ ਮਿਸ ਨਾ ਕਰਿਆ ਕਰੋ। 7 ਤੋਂ 8 ਦਾ ਸਮਾਂ ਹੁੰਦਾ ਹੈ, ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ। ਔਰ ਸਾਨੂੰ ਫੀਡਬੈਕ ਜ਼ਰੂਰ ਦਿਓ ਕਿ ਜੋ ਅਸੀਂ ਇਹ ਪ੍ਰੋਗਰਾਮ ਤੁਹਾਡੇ ਨਜ਼ਰ ਕਰ ਰਹੇ ਹਾਂ, ਇਸ ਤਰ੍ਹਾਂ ਦੇ ਮਹਿਫਿਲ ਸਟਾਈਲ ਪ੍ਰੋਗਰਾਮ ਜਿਹੜੇ ਤੁਹਾਡੀ ਨਜ਼ਰ ਕਰ ਰਹੇ ਹਾਂ, ਤੁਹਾਨੂੰ ਕਿੰਨੇ ਕੁ ਚੰਗੇ ਲੱਗ ਰਹੇ ਆ। ਤੁਹਾਨੂੰ ਜ਼ਰੂਰ ਚਾਹੇ ਤੁਸੀਂ ਮੈਸੇਜ ਦੇ ਜ਼ਰੀਏ ਚਾਹੇ ਕਾਲ ਦੇ ਜ਼ਰੀਏ ਸਾਨੂੰ ਜ਼ਰੂਰ ਦੱਸਿਆ ਕਰੋ। ਸਾਡਾ ਨੰਬਰ ਉਹੀ ਹੈ ਕਿ 905 790 9099। ਔਰ ਫੇਸਬੁੱਕ ਦੇ ਉੱਪਰ ਤੁਸੀਂ ਸਰਚ ਕਰੋ ਵਿਜ਼ਨ ਪੰਜਾਬ ਟੀਵੀ ਕੈਨੇਡਾ, ਤਾਂ ਉਹਦੇ ਉੱਪਰ ਵੀ ਤੁਹਾਨੂੰ ਲਿੰਕ ਹੈ ਜਿਹੜੇ ਸਾਰੇ ਦੇ ਸਾਰੇ ਪ੍ਰਾਪਤ ਹੋ ਜਾਣਗੇ। ਜੇ ਅਗਰ ਕੋਈ ਪ੍ਰੋਗਰਾਮ ਦੇਖਣਾ ਚਾਹੁੰਦੇ ਆ ਜਾਂ ਤੁਸੀਂ ਸਾਨੂੰ ਕੋਈ ਫੀਡਬੈਕ ਦੇਣਾ ਚਾਹੁੰਦੇ ਆ ਤਾਂ ਉਹਦੇ ਉੱਪਰ ਈਮੇਲਸ, ਸਾਡਾ ਫੇਸਬੁੱਕ, ਸੋਸ਼ਲ ਮੀਡੀਆ ਲਿੰਕ ਸਾਰੇ ਉੱਥੇ ਮੌਜੂਦ ਹੈ। ਸਾਨੂੰ ਉਡੀਕ ਰਹੇਗੀ ਤੁਹਾਡੇ ਫੀਡਬੈਕ ਦੀ। ਔਰ ਇਸੇ ਤਰੀਕੇ ਦੇ ਨਾਲ ਨਵੇਂ ਵਿਸ਼ੇ ਅਤੇ ਨਵੇਂ ਮਹਿਮਾਨ ਦੇ ਨਾਲ ਫਿਰ ਅਸੀਂ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਇਜਾਜ਼ਤ ਦਿਓ। ਸ਼ੁਕਰੀਆ। ਜਿਉਂਦੇ ਰਹੋ, ਵਸਦੇ ਰਹੋ। ਸ਼ਬਾ।